अस्सलाम वालेकुम। प्रोग्राम जुर्म अंजाम के साथ मैं हूं मुजाहिद शेख। शहर लाहौर में कुछ जुर्म ऐसे हैं जो पुलिस की रजामंदी के बगैर होते हैं, लेकिन कुछ जुर्म ऐसे हैं जो पुलिस की रजामंदी से होते हैं। वो कौन से जुर्म हैं जो पुलिस की रजामंदी से होते हैं और पुलिस करवाने में मुल्ज़िमों की मददगार साबित होती है, ये दिखाएंगे आपको इस प्रोग्राम में। शहर लाहौर में पेड क्राइम जो है पुलिस करवाती है। पूरे शहर में नहीं ऐसा होता, बाज़ इलाके ऐसे हैं जहाँ पे पेड क्राइम का मतलब ये होता है कि पुलिस पैसे लेके वो पेड क्राइम करवाती है, जिसमें कैबा खाने चलाने, मंशियात फरोख्त करवानी, दीगर इस तरह के जो जुर्म हैं वो पुलिस की मर्जी से होते हैं। उसकी मंथली दी जाती है। ये किसी तरह के शख्स हमारे पास हैं जिनका नाम हम नहीं ले सकते, ना उनकी तस्वीर दिखा सकते हैं। वो हमें बताएंगे कि लाहौर में कौन से ऐसे इलाके हैं, किस तरह से पेड क्राइम होता है, कुछ इस तरह की तफसील वो हमें बताएंगे। बताइए कि पेड क्राइम जो है वो क्या होता है, पुलिस किस तरह से करवाती है, ये बातें ही हैं या वाकई पुलिस पैसे लेके ऐसे जुर्म करवाती है? बिल्कुल ठीक है, ऐसे ही है। पुलिस पैसे लेके, मंथलियाँ लेके जुए खाने, वाशिया खाने सब चलाते हैं, ठीक है कि नहीं। SHO को मंथली वगैरह देते हैं इलाका वाइज। जब इन्होंने रेड करनी होती है फिर ये उनको ये कहते हैं कि भी आप 1-2 आदमी दे दो, हम जो उनसे इनको पर्चा दे देंगे, आप कल जमानत करवा लो। वो भी कहते हैं कोई बात नहीं, ठीक हो गया, 1-2 आदमी देने हैं ना, हम दे देंगे। इसी तरह वो जोन सा क्राइम जोन सा वो बढ़ता जा रहा है। अच्छा, हर इलाके में इसी तरह का सिस्टम जोन सा ना वो चल रहा है। अच्छा, ਤੁਸੀਂ ਇਹ ਦੱਸੋ ਕਿ ਜਿਹੜਾ ਕ੍ਰਾਈਮ ਹੈ ਅਗਰ ਪੁਲਿਸ ਕਰਵਾਉਂਦੀ ਹੈ ਤੇ ਫਿਰ ਉਹ ਮੁਕੱਦਮੇ ਦਰਜ ਕਿਉਂ ਕਰਵਾਉਂਦੀ ਹੈ, ਉਹਦੀ ਕੀ ਵਜ੍ਹਾ ਹੁੰਦੀ ਹੈ? ਉਹ ਮੁਕੱਦਮੇ ਦਰਜ ਕਰਕੇ ਵੀ ਉਹਨਾਂ ਨੇ ਆਪਣੇ ਆਪ ਨੂੰ ਵੀ ਤਾਂ ਸੇਵ ਕਰਨਾ ਹੁੰਦਾ ਨਾ। ਅੱਛਾ, ਦੇਖੋ ਅਗਰ ਉਹ ਮੰਥਲੀ ਲੈ ਰਹੇ ਨੇ ਇੱਕ ਕ੍ਰਾਈਮ ਕਰਨ ਵਾਲੇ ਬੰਦੇ ਕੋਲੋਂ, ਤੇ ਜ਼ਾਹਰੀ ਗੱਲ ਹੈ ਉਹਨਾਂ ਨੇ ਕ੍ਰਾਈਮ ਨੂੰ ਛੁਪਾਉਣ ਵਾਸਤੇ ਆਪਣੇ ਉੱਤੇ DSP ਨੂੰ ਜਾਂ SP ਨੂੰ ਉਹਨਾਂ ਨੇ ਕੁਝ ਦੇਣਾ ਹੀ ਹੈ ਨਾ, ਕੋਈ ਜਵਾਬ ਦੇ ਦੇਣਾ ਹੀ ਹੈ ਨਾ ਕਿ ਵੀ ਅਸੀਂ ਇਹ ਇਲਾਕੇ ਦੇ ਵਿੱਚ ਜੀ ਰੇਟ ਮਾਰੀ ਹੈ ਜੀ, ਫਲਾਣਾ ਮਨਸ਼ਿਆਤ ਫਰੋਸ਼ ਹੈ ਜੀ, ਉਹ ਨਹੀਂ ਫੜਿਆ ਗਿਆ ਜੀ, ਇਹ ਉਹਨਾਂ ਦੇ 2 ਬੰਦੇ ਫੜੇ ਗਏ ਨੇ ਜੀ। ਅੱਛਾ, ਅਸੀਂ ਉਹਨਾਂ ਨੂੰ ਫੜ ਲਿਆ ਜੀ, ਇਹ ਪਰਚਾ ਦੇ ਦਿੱਤਾ ਜੀ, ਇੰਨੇ ਗ੍ਰਾਮ ਚਰਸ ਨਿਕਲ ਆਈ ਜੀ। ਅੱਛਾ, ਕੋਈ ਆਈਸ ਵੇਚਦਾ ਜੀ, ਉਹਨੂੰ ਇੰਜ ਫੜ ਲਿਆ ਜੀ ਜਿਨ੍ਹਾਂ ਕੋਲ ਮੰਥਲੀਆਂ ਲੈਂਦੇ ਨੇ, ਠੀਕ ਹੈ ਕਿ ਨਹੀਂ। ਇਸੇ ਤਰ੍ਹਾਂ ਹੀ ਜਿਹੜਾ ਨਾ ਪੂਰੇ ਲਾਹੌਰ ਦੇ ਵਿੱਚ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਹੀ ਕ੍ਰਾਈਮ ਹੁੰਦੇ ਆ, ਠੀਕ ਹੈ ਕਿ ਨਹੀਂ। ਜੂਵੇ ਖਾਨੇ ਨੇ, ਜੂਵੇ ਖਾਨਿਆਂ ਦੇ ਵਿੱਚ ਵੀ ਇਹੋ ਹੀ ਹਾਲਾਤ ਨੇ ਕਿ ਵੀ 15 ਦਿਨ ਦਾ ਜਾਂ ਮਹੀਨੇ ਦਾ SHO ਦੇ ਨਾਲ ਮੁੱਕੇ ਨੇ, ਤੇ ਉਹਨਾਂ ਨੇ ਆਪਣਾ ਜਿਸ ਦਿਨ ਕਿਤੇ ਰੇਟ ਮਾਰਨੀ ਹੈ, ਡਿਪਟੀ ਨੇ ਕਹਿ ਦਿੱਤਾ ਜਾਂ SP ਨੇ ਕਹਿ ਦਿੱਤਾ, ਤੇ ਉਹਨਾਂ ਨੇ ਰੇਟ ਮਾਰਨ ਵਾਸਤੇ ਉਹਨਾਂ ਨੂੰ ਪਹਿਲੇ ਹੀ ਤਲਾਹ ਦੇ ਦੇਣੀ ਹੈ। ਉਹ ਮੌਕੇ ਦੇ ਉੱਤੇ 2 ਬੰਦੇ ਉਹਨਾਂ ਨੇ ਫੜ ਲੈਣੇ ਨੇ, ਉਹਦੇ ਉੱਤੇ ਜੂਆ ਪਾ ਕੇ ਉਹਨਾਂ ਨੇ ਅਗਲੇ ਦਿਨ ਬੇਲ ਕਰਵਾ ਲੈਣੀ ਹੈ। ਅੱਛਾ ਅੱਛਾ, ਕੀ ਵਜ੍ਹਾ ਹੈ ਕਿ ਪੁਲਿਸ ਅਫਸਰਾਨ ਵੀ ਇਹਦੇ ਵਿੱਚ ਮੁਲਵਸ ਹੁੰਦੇ ਨੇ ਜਾਂ ਸਿਰਫ SHO ਦੀ ਲੈਵਲ ਤੇ ਇਹ ਸਾਰਾ ਕੰਮ ਹੁੰਦਾ? ਨਹੀਂ, ਬਿਲਕੁਲ ਤੁਹਾਡੀ ਗੱਲ ਜਿਹੜੀ ਬਿਲਕੁਲ ਉਹ ਠੀਕ ਹੈਗੀ ਹੈ ਕਿ ਵੀ ਪੁਲਿਸ ਹੀ ਉਤੋਂ ਲੈ ਕੇ ਥੱਲੋਂ ਤੱਕ ਸਾਰਾ ਅਮਲਾ ਜਿਹੜਾ ਇਹਨਾਂ ਨਾਲ ਮਿਲਿਆ ਹੁੰਦਾ ਹੈ। ਅੱਛਾ, ਸਾਰੇ ਹੀ ਪੈਸੇ ਖਾਂਦੇ ਨੇ, ਠੀਕ ਹੈ ਕਿ ਨਹੀਂ, ਇਹ ਕਿ ਨਹੀਂ ਖਾਂਦੇ। ਲੇਕਿਨ 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਹਰ SHO ਜਾਂ ਹਰ ਡਿਪਟੀ ਜਾਂ SP ਜਿਹੜਾ ਹੈ ਉਹ ਪੈਸੇ ਖਾਣ ਵਾਲਾ ਵੀ ਨਹੀਂ ਹੁੰਦਾ, ਠੀਕ ਹੈ। ਲੇਕਿਨ ਜ਼ਿਆਦਾਤਰ ਜਿਹੜੇ ਪੁਲਿਸ ਵਾਲੇ ਨੇ ਉਹ ਮਾਲ ਖਾਂਦੇ ਨੇ ਤੇ ਕ੍ਰਾਈਮ ਕਰਵਾਉਂਦੇ ਨੇ, ਠੀਕ ਹੈ। ਤੇ ਇਹ ਕਿੰਨੀ ਕੁ ਮੰਥਲੀ ਲੈਂਦੇ ਨੇ? ਅਗਰ ਮਨਸ਼ਿਆਤ ਕਿਸੇ ਇਲਾਕੇ ਦੇ ਵਿੱਚ ਵੇਚੀ ਜਾਂਦੀ ਹੈ ਤੇ ਇੱਕ SHO ਨੂੰ ਜਾਂ ਉਹਦੇ ਥਾਣੇ ਦੇ ਅਮਲੇ ਨੂੰ ਕਿੰਨੇ ਕੁ ਮਹਾਨਾ ਪੈਸੇ ਜਾਂ 15 ਦਿਨ ਬਾਅਦ ਪੈਸੇ ਦਿੱਤੇ ਜਾਂਦੇ ਨੇ? ਇਹ ਤੇ ਜੀ ਇਲਾਕਾ ਵਾਈਜ਼ ਹੁੰਦਾ ਹੈ ਜੀ। ਇਲਾਕਾ ਵਾਈਜ਼ ਜਿਸ ਤਰ੍ਹਾਂ ਡਿਵਾਈਡ ਹੋਵੇ, ਇਲਾਕੇ ਦਾ ਨਾਂ ਹੋਵੇ, ਇਲਾਕਾ ਸਮਝ ਆਉਂਦਾ ਹੋਵੇ ਕਿ ਵੀ ਕਿੱਡਾ ਕੁ ਇਲਾਕਾ ਹੈਗਾ, ਉਸ ਹਿਸਾਬ ਦੇ ਨਾਲ ਫਿਰ ਉਹ SHO ਜਾਂ ਜਿਹੜਾ ਕੋਈ ਉਹਨਾਂ ਦਾ ਕਾਰਜ ਖਾਸ ਹੁੰਦਾ ਉਹਨਾਂ ਦੇ ਨਾਲ ਅਪੁਆਇੰਟਮੈਂਟ ਕਰ ਲੈਂਦਾ ਹੈ ਕਿ ਵੀ ਇੰਨੇ ਪੈਸੇ ਤੁਸੀਂ 15 ਦਿਨਾਂ ਬਾਅਦ ਦੇਣੇ ਨੇ ਜਾਂ ਇੰਨੇ ਪੈਸੇ ਤੁਸੀਂ ਮਹੀਨੇ ਬਾਅਦ ਦੇਣੇ, ਤੁਸੀਂ ਆਪਣਾ ਜਰਾਮ ਕਰੋ ਜੀ, ਠੀਕ ਹੈ। ਅੱਛਾ, ਕਾਰੇ ਖਾਸ ਦਾ ਕੀ ਕਿਰਦਾਰ ਹੁੰਦਾ ਹੈ ਕਿਸੇ? ਇਹ ਵੀ ਇੱਕ ਹਵਾਲਦਾਰ ਪੁਲਿਸ ਵਾਲਾ ਹੀ ਹੁੰਦਾ ਹੈ ਵੀ। ਅੱਛਾ, ਸਿਰਫ ਕੀ ਇਹ ਕਾਰੇ ਖਾਸ ਹੁੰਦਾ ਜੀ, SHO ਨੂੰ ਮਿਲਣ ਤੋਂ ਪਹਿਲੇ ਜੀ ਉਹਦੇ ਕਾਰੇ ਖਾਸ ਨੂੰ ਮਿਲੋ ਜੀ। ਅੱਛਾ, ਤੇ ਉਹ ਕਾਰੇ ਖਾਸ ਜਿਹੜਾ ਵੇ ਉਹ ਪੈਸੇ ਲੈਂਦਾ ਹੈ, SHO ਖੁਦ ਨਹੀਂ ਲੈਂਦਾ ਪੈਸੇ? SHO ਵੀ ਉਹਦੇ ਕੋਲ ਲੈ ਸਕਦਾ ਜਿਹਦੇ ਨਾਲ ਉਹਦਾ ਤਾਲੁਕ ਹੋਏਗਾ, ਜਿਹਦੇ ਕੋਲ ਪੈਸੇ ਫੜਨੇ ਚਾਹੁੰਦਾ ਹੋਏਗਾ ਉਹ ਫੜ ਸਕਦਾ। ਸਭ ਤੋਂ ਜ਼ਿਆਦਾ ਮੰਥਲੀ ਕਿਸ ਕੰਮ ਦੀ ਮਿਲਦੀ ਹੈ? देखो जी, जुआ आम है, आइस आजकल आम चल रही है, नजायज फरोशी आम चल रही है,
ਵੈਸ਼ਿਆਖਾਨਾ ਆਮ ਚੱਲ ਰਿਹਾ। ਦੇਖੋ ਕੋਈ ਵੀ ਕ੍ਰਾਈਮ ਹੈ ਨਾ ਮੰਥਲੀ ਹੈਗੀ ਉਹਦੇ ਵਿੱਚ। ਅੱਛਾ, ਇਹ ਦੱਸੋ ਕਿ ਲਾਹੌਰ ਦੇ ਕੁਝ ਥਾਣੇ ਹੋਣਗੇ ਜਿਨ੍ਹਾਂ ਦੇ ਵਿੱਚ ਉਹ SHO ਜਿਹੜੇ ਕੰਮ ਹੈ ਵਾਲਾ ਨਹੀਂ ਕਰਦੇ, ਬੜੇ ਇਮਾਨਦਾਰ ਨੇ, ਮਨਸ਼ਿਆਤ ਫਰੋਸ਼ੀ ਨਹੀਂ ਕਰਨ ਦਿੰਦੇ, ਕਹਿਬਾਖਾਨਾ ਨਹੀਂ ਚੱਲਣ ਦਿੰਦੇ, ਕੁਝ ਇਸ ਤਰ੍ਹਾਂ ਦੇ ਇਮਾਨਦਾਰ ਲੋਕ ਜਿਹੜੇ ਲੱਗ ਜਾਂਦੇ ਹੋਣਗੇ, ਤੇ ਫਿਰ ਉਦੋਂ ਕੀ ਕਰਦੇ ਹੋ ਤੁਸੀਂ ਲੋਕ ਉਹਦੇ ਵਿੱਚ ਕਿ ਕਿਹਦੇ ਨਾਲ ਫਿਰ ਡੀਲ ਕਰਦੇ ਹੋ ਜਾਂ ਕੰਮ ਛੱਡ ਦਿੰਦੇ ਹੋ? ਨਹੀਂ, ਕੰਮ ਕੋਈ ਵੀ ਨਹੀਂ ਛੱਡਦਾ ਜੀ, ਕੰਮ ਤੇ ਫਿਰ ਬੰਦੇ ਨੇ ਕਰਨਾ ਹੀ ਹੁੰਦਾ ਹੈ। ਇਸ ਇਲਾਕੇ ਦੇ ਵਿੱਚ SHO ਨਵਾਂ ਆਇਆ, ਦੂਸਰੇ ਇਲਾਕੇ ਦੇ ਵਿੱਚ ਇਹ SHO ਨਹੀਂ ਕਰਨ ਦੇ ਰਿਹਾ, ਦੂਸਰੇ ਇਲਾਕੇ 'ਚ ਜਾ ਕੇ ਬਹਿ ਕੇ ਕਰ ਲੈਣਗੇ। ਅੱਛਾ, ਉੱਥੇ ਕੋਈ ਮਕਾਨ ਕਿਰਾਏ ਤੇ ਲੈ ਕੇ ਉੱਥੇ ਜੂਆ ਪਾ ਦੇਣਗੇ ਜੀ, ਉੱਥੇ SHO ਨਾਲ ਡੀਲ ਕਰ ਲੈਣਗੇ। ਅੱਛਾ, ਤੇ ਜਿਹੜਾ ਇਹ ਮੈਚ ਫਿਕਸਿੰਗ ਦਾ ਹੁੰਦਾ ਹੈ? ਮੈਚ ਵੀ ਇਸੇ ਤਰ੍ਹਾਂ ਹੀ ਜਨਾਬ, ਉਹ ਵੀ ਫਿਕਸਿੰਗ ਪੈਸੇ ਮੰਥਲੀ। ਇਸੇ ਤਰ੍ਹਾਂ ਹੀ ਕ੍ਰਾਈਮ, ਉਹ ਵੀ ਨਜਾਇਜ਼ ਫਰੋਸ਼ੀ ਆ ਜਾਂਦੀ, ਉਹ ਵੀ ਕ੍ਰਾਈਮ ਦੇ ਵਿੱਚ ਹੀ ਹੋਗੀ। ਵੀ ਜੂਆਖਾਨਾ ਦੇ ਵਿੱਚ ਮਸਲ ਕੇ ਵੀ ਲਾਣਾ ਤੁਸੀਂ ਪੈਸੇ ਫੋਨ ਦੇ ਉੱਤੇ ਕਰਕੇ ਲਾਣੇ ਨੇ ਜੀ, ਇੰਨੇ ਪੈਸੇ ਲਾ ਦਿਓ ਜੀ, ਮੇਰੀ ਫਲਾਣੀ ਬੈਟ ਦੇ ਉੱਤੇ ਲਾ ਦਿਓ ਜੀ, ਫਲਾਣੀ ਟੀਮ ਦੇ ਉੱਤੇ ਜੀ ਇੰਨੇ ਪੈਸੇ ਲਾ ਦਿਓ ਜੀ। ਉਹ ਵੀ ਇਸ ਤਰ੍ਹਾਂ ਹੀ ਹੈ ਵੀ ਫੜੇ ਗਏ ਪੁਲਿਸ ਵਾਲਿਆਂ ਕੋਲ ਤਾਂ ਮਹੀਨਾ ਮੁੱਕ ਲਿਆ, ਨਾ ਫੜੇ ਗਏ ਤੇ ਚੱਲਦਾ ਰਿਹਾ ਕੰਮ। ਅੱਛਾ, ਦੱਸੋ ਕਿ ਇਹਦੇ ਇਲਾਵਾ ਇੱਕ ਹੋਰ ਕੰਮ ਹੈ ਜਿਹੜਾ ਗੈਰ ਕਾਨੂੰਨੀ ਹੁੰਦਾ ਹੈ, ਜਿਸ ਤਰ੍ਹਾਂ ਛੋਟੇ ਪੈਟਰੋਲ ਪੰਪ ਬਣਾਏ ਗਏ ਨੇ ਛੋਟੇ ਇਲਾਕਿਆਂ ਦੇ ਵਿੱਚ, ਔਰ ਫਿਰ ਮਸ਼ਰੂਬਾਤ ਜਿਹੜੀਆਂ ਨੇ ਕੁਝ ਐਸੀਆਂ ਬਣਦੀਆਂ ਨੇ ਕੰਪਨੀ ਦੀਆਂ ਜਾਲੀ, ਕਿਆ ਪੁਲਿਸ ਮੁਲਾਜ਼ਮ ਜਾਂ SHO ਮੁਤਲਕਾ ਜਿਹੜਾ ਉਹਦੇ ਵਾਸਤੇ ਵੀ ਇਹਵਸ ਵਿੱਚ ਵੀ ਪੈਸੇ ਲੈਂਦਾ? ਜ਼ਾਹਰੀ ਗੱਲ ਹੈ ਜੀ, ਇਹ ਕਰੋਨਾ ਦੇ ਵਿੱਚ ਜੀ ਦੁਕਾਨਾਂ ਬੰਦ ਹੋਣ ਦਾ ਜਿਹੜਾ ਸ਼ਡਿਊਲ ਹੈ ਸੀ, ਉਹ ਸ਼ਡਿਊਲ ਤੇ ਦੁਕਾਨਾਂ ਵੀ ਨਹੀਂ ਬੰਦ ਹੋਈਆਂ, ਸਪਲਾਈਆਂ ਵੀ 2 ਨੰਬਰ ਚੱਲਦੀਆਂ ਨੇ, ਮੰਥਲੀਆਂ ਖਾਂਦੇ ਨੇ, ਦੁਕਾਨਦਾਰਾਂ ਕੋ ਵੀ ਮੰਥਲੀਆਂ ਖਾਂਦੇ ਨੇ, ਪੁਲਿਸ ਵਾਲੇ ਵੀ ਮੰਥਲੀਆਂ ਖਾਂਦੇ ਨੇ, ਪਾਨਾ ਸਿਗਰਟਾਂ ਵਾਲੇ ਖੋਖਿਆਂ ਤੋਂ ਵੀ ਮੰਥਲੀਆਂ ਖਾਂਦੇ ਨੇ। ਮਸ਼ਰੂਬਾਤ 2 ਨੰਬਰ ਵੇਚੋ, 2 ਨੰਬਰ ਸਿਗਰਟ ਵੇਚੋ, ਕੋਈ ਪਾਬੰਦੀ ਨਹੀਂ ਹੈ, ਸਾਨੂੰ ਪੈਸੇ ਦਿਓ ਬਸ। ਅੱਛਾ, ਇਹ ਦੱਸੋ ਕਿ ਕੋਈ ਮੁਤਾਦ ਅੰਦਾਜ਼ੇ ਦੇ ਮੁਤਾਬਕ ਤੁਸੀਂ ਦੱਸ ਸਕਦੇ ਹੋ ਕਿ ਕਿਸੇ ਵੀ ਲਾਹੌਰ ਦੇ ਇਲਾਕੇ ਦੇ ਵਿੱਚ ਇੱਕ ਥਾਣੇ ਦੇ ਵਿੱਚ ਮਨਸ਼ਿਆਤ ਫਰੋਸ਼ੀ ਵੀ ਹੋ ਰਹੀ ਹੋਏ, ਜੂਆਖਾਨਾ ਵੀ ਚੱਲ ਰਿਹਾ ਹੋਏ, ਕਹਿਬਾਖਾਨਾ ਵੀ ਚੱਲ ਰਿਹਾ ਹੋਏ, ਜਾਲੀ ਮਸ਼ਰੂਬਾਤ ਵੀ ਬਣਦੀਆਂ ਹੋਣ, ਪੈਟਰੋਲ ਪੰਪਸ ਵੀ ਛੋਟੇ ਜਿਹੜੇ ਬਣੇ ਨੇ ਉਹ ਵੀ ਹੋਣ, ਤੇ ਕਿੰਨੇ ਕੁ ਮਹੀਨੇ ਦੀ ਆਮਦਨ ਹੋ ਜਾਂਦੀ ਇੱਕ SHO ਨੂੰ ਨਜਾਇਜ਼ ਤਰੀਕੇ ਦੇ ਨਾਲ? ਨਜਾਇਜ਼ ਤਰੀਕੇ ਨਾਲ ਵੇਖੋ ਜੀ, ਮੈਂ ਤੇ ਅੱਗੇ ਵੀ ਇਹ ਗੱਲ ਕਹਿ ਚੁੱਕਿਆ ਹਾਂ ਜਨਾਬ ਨੂੰ ਕਿ ਵੀ ਇਲਾਕਾ ਵਾਈਜ਼ ਹੁੰਦਾ ਹੈ ਜੀ। ਇਲਾਕਾ ਜਿੱਡਾ ਕੁ ਏਰੀਆ ਹੋਏਗਾ ਉਹਦੇ ਵਿੱਚ ਉਹ ਜਿੱਡੀ ਕੁ ਆਬਾਦੀ ਹੋਏਗੀ, ਉਸ ਹਿਸਾਬ ਦੇ ਨਾਲ ਜਿੰਨੀ ਕੁ ਉਸ ਇਲਾਕੇ ਦੇ ਵਿੱਚ ਮਨਸ਼ਿਆਤ ਜਾਂ ਨਜਾਇਜ਼ ਫਰੋਸ਼ੀ ਜਾਂ ਖੈਬਾਖਾਨੇ ਚੱਲਦੇ ਪਏ ਨੇ ਜਾਂ ਮਸ਼ਰੂਬਾਤ ਵਿਕਦੀਆਂ ਪਈਆਂ, ਪਾਨਾ ਸਿਗਰਟਾਂ ਵਾਲੇ ਖੋਖੇ ਨੇ, ਉਸ ਹਿਸਾਬ ਦੇ ਨਾਲ ਫਿਰ ਮੰਥਲੀ ਹੁੰਦੀ ਹੈ। ਕਿਸੇ ਦੀ SHO ਦੀ 5 ਲੱਖ ਕਿਸੇ ਨੂੰ ਇਕੱਠਾ ਹੁੰਦੇ ਆ, ਕਿਸੇ ਨੂੰ 10 ਲੱਖ ਇਕੱਠਾ ਹੁੰਦੇ ਆ। ਠੀਕ ਹੈ ਕਿ ਨਹੀਂ? ਉਹ ਦੇਖੋ ਮਾੜੇ ਬੰਦਿਆਂ 'ਚ ਨਿਕਲਣਾ ਨਾ। ਬਿਲਕੁਲ ਠੀਕ ਹੈ। ਜਰੈਮ ਵੀ ਪੁਲਿਸ ਹੀ ਕਰਾਉਂਦੀ ਹੈ ਨਾ ਜੀ। ਅੱਛਾ, ਇਹਦਾ ਮਤਲਬ ਹੈਗਾ ਕਿ ਜਿਹੜੇ ਲੋਕ SHO ਬਾਰ-ਬਾਰ ਇੱਕ ਇਲਾਕੇ ਦੇ ਵਿੱਚ ਲੱਗਦੇ ਨੇ, ਦੁਬਾਰਾ 2-2 3-3 ਦਫਾ ਉਹਨਾਂ ਦੀਆਂ ਤਾਇਨਾਤੀਆਂ ਹੁੰਦੀਆਂ ਨੇ, ਤੇ ਉਹਨਾਂ ਦਾ ਮਕਸਦ ਅਸਲ ਵਿੱਚ ਇਹ ਵਿੱਚੋਂ ਹੁੰਦਾ ਹੈ, ਮੇਨ ਮਕਸਦ ਹੀ ਉਹਨਾਂ ਦਾ ਇਹ ਵੇ 2-2 3-3 ਵਾਰੀ ਉਹਨਾਂ ਦੀਆਂ ਇੱਕ ਇਲਾਕੇ ਦੇ ਵਿੱਚ ਲੱਗਣਾ, ਤਾਇਨਾਤੀ ਕਰਨੀ ਜਾਂ ਆਪਣੇ ਆਪ ਨੂੰ ਲਵਾਉਣਾ ਉਸ ਇਲਾਕੇ ਦੇ ਵਿੱਚ। ਉੱਥੋਂ ਜੀ ਮੰਥਲੀ ਇੰਨੀ ਕੁ ਇਕੱਠੀ ਹੋ ਜਾਂਦੀ, ਕਿਸੇ ਹੋਰ ਇਲਾਕੇ ਦੇ ਵਿੱਚੋਂ ਹੁੰਦੀ ਨਹੀਂ ਇਕੱਠੀ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਜਦੋਂ SHO ਇੱਕ ਨਵੇਂ ਇਲਾਕੇ ਦੇ 'ਚ ਆ ਕੇ ਲੱਗਦਾ ਹੈ ਤੇ ਉਹ ਸਭ ਤੋਂ ਪਹਿਲੇ ਉੱਥੇ ਦੇ ਜਿੰਨੇ ਵੀ ਜੁਰਮ ਕਰਨ ਵਾਲੇ, ਜਰਾਇਮ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਬਹੁਤ ਟਾਈਟ ਕਰ ਦਿੰਦਾ ਹੈ। ਫਿਰ ਆਹਿਸਤਾ ਉਹਦਾ ਰੇਟ ਵਧਾਉਣਾ ਮਕਸਦ ਹੁੰਦਾ ਹੈ। ਰੇਟ ਵੱਧ ਜਾਏ ਤੇ ਫਿਰ ਉਹ ਦੁਬਾਰਾ ਤੋਂ ਰੂਟੀਨ ਵਿੱਚ ਗੱਲ ਆ ਜਾਂਦੀ। ਇਹ ਵੀ ਗੱਲ ਬਿਲਕੁਲ ਰਾਈਟ ਹੈ ਗੱਲ ਜੀ। ਉਹ ਜਾਏਗਾ ਆਪਣੇ ਆਪ ਜਾ ਕੇ ਖਿੱਚੇਗਾ ਉਹਨਾਂ ਨੂੰ, ਤੇ ਫੇਰ ਹੀ ਅੱਗੋਂ ਉਹਨਾਂ ਦੇ ਮਹੀਨੇ ਲੱਗਣਗੇ ਤੇ ਉਹਨਾਂ ਨੂੰ ਮੰਥਲੀਆਂ ਮਿਲਣਗੀਆਂ ਨਾ। ਅਗਰ ਜੇ ਉਹਨਾਂ ਨੂੰ ਖਿੱਚਣਗੇ ਨਹੀਂ ਤੇ ਉਹਨਾਂ ਨੂੰ ਕਿੱਥੋਂ ਕੋਈ ਦੇਗਾ ਉਹ ਪੈਸਾ? ਕੋਈ ਨਹੀਂ ਦੇਗਾ ਮੰਥਲੀ, ਕੋਈ ਚੀਜ਼ ਨਹੀਂ ਦੇਗਾ, ਕੋਈ ਵੀ ਨਹੀਂ ਦੇਗਾ। ਅੱਛਾ, ਕੁਝ ਖੁਫੀਆ ਰਿਪੋਰਟਸ ਵੀ ਬਣਦੀਆਂ ਨੇ SHO ਦੀਆਂ ਕਿ ਕੁਝ ਸਪੈਸ਼ਲ ਬ੍ਰਾਂਚ ਵਾਲੇ ਲੋਕ ਹੁੰਦੇ ਨੇ, ਕੁਝ ਹੋਰ ਲੋਕ ਹੁੰਦੇ ਨੇ ਪੁਲਿਸ ਦੇ ਡਿਪਾਰਟਮੈਂਟ ਦੇ ਵਿੱਚੋਂ, ਉਹ ਰਿਪੋਰਟ ਬਣਾਉਂਦੇ ਨੇ ਕਿ ਫਲਾਣਾ SHO ਇੱਥੇ ਇਹ ਕੰਮ ਕਰਵਾ ਰਿਹਾ ਜਾਂ ਇਹ ਕੰਮ ਕਰਵਾ ਰਿਹਾ। ਜਦੋਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਬਣਦੀਆਂ ਨੇ ਤੇ ਤੁਹਾਡਾ ਕੀ ਖਿਆਲ ਹੈ ਕਿ ਅਫਸਰਾਨ ਉਹਦੇ ਤੇ ਐਕਸ਼ਨ ਨਹੀਂ ਲੈਂਦੇ ਜਾਂ ਰਿਪੋਰਟਾਂ ਦਬ ਦਿੱਤੀਆਂ ਜਾਂਦੀਆਂ? ਨਹੀਂ ਜੀ, ਉਹ ਝੂਠ ਹੈ ਸਭ ਕੁਝ, ਉਹ ਵੀ ਪੈਸੇ ਖਾਂਦੇ ਨੇ। ਅੱਛਾ, ਉਹ ਵੀ SHOਆਂ ਕੋਲ ਪੈਸੇ ਖਾਂਦੇ ਨੇ ਜੀ। ਇਹ ਤੁਹਾਡੀ ਇਹ ਰਿਪੋਰਟ ਆਈ ਹੈ, ਗੱਲ ਕਰੋ ਕੀ ਕਹਿੰਦੇ ਜੀ। ਅਗਲਾ ਕਹਿੰਦਾ ਜੀ ਮੇਰੇ ਕੋਲ ਤੂੰ ਵੀ ਇੰਨੇ ਲਈ ਜਾ, ਕੋਈ ਗੱਲ ਨਹੀਂ, ਦੱਬ ਤੂੰ ਪਰੇ ਛੱਡ ਦੇ ਸੁਦ ਉੱਥੇ। ਅੱਛਾ, ਜਿਹੜਾ SHO ਅੱਗੋਂ ਵੇਰਦਾ ਉਹਦੀ ਅਗਾਂਹ ਦੇ ਦਿੰਦੇ ਨੇ। ਜਿਹੜਾ ਕੋਈ ਮਾੜਾ ਹੁੰਦਾ, ਜਿਹੜਾ ਨਹੀਂ ਮੇਰਾ ਮਤਲਬ ਕੋਈ ਦੇ ਸਕਦਾ ਕੁਛ ਹੈ। ਅੱਛਾ, ਲਾਹੌਰ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਹੁਣ ਸਭ ਤੋਂ ਜ਼ਿਆਦਾ ਪੀਕ ਤੇ ਕੰਮ ਕਿਹੜਾ ਜਾ ਰਿਹਾ ਜਿਹਦੇ ਬਦਲੇ 'ਚ ਪੁਲਿਸ ਨੂੰ ਇੰਨੀ ਆਮਦਨ ਹੋ ਰਹੀ? ਉਹ ਪੁਲਿਸ ਵਾਲੇ ਜਿਹੜੇ ਇਹ ਕੰਮ ਕਰਵਾਉਂਦੇ ਨੇ। ਦੇਖੋ ਜੀ, ਆਈ ਸ਼ਾਮ ਚੱਲ ਰਹੀ ਹੈ। ਅੱਛਾ, ਚਰਸਾਮ ਚੱਲ ਰਹੀ ਹੈ, ਵੈਸ਼ਿਆਖਾਨੇ ਆਮ ਚੱਲ ਰਹੇ ਨੇ। ਠੀਕ ਹੈ ਕਿ ਨਹੀਂ? ਤੇ ਇਹ ਕੁਛ ਹੀ ਹੈ ਵੇ, ਜੁਵੇਖਾਨੇ ਆਮ ਚੱਲ ਰਹੇ ਨੇ। ਬੰਦ ਕੀ ਹੋਇਆ? ਲੇਕਿਨ ਅਫਸਰਾਨ ਦੀ ਤਰਫ ਤੋਂ ਬੜੇ ਦਾਅਵੇ ਕੀਤੇ ਜਾਂਦੇ ਨੇ, ਬਦਮਾਸ਼ਾਂ ਦੇ ਖਿਲਾਫ ਕ੍ਰੈਕਡਾਊਨ ਹੁੰਦਾ ਹੈ। ਦੇਖੋ ਜੀ, ਬਦਮਾਸ਼ਾਂ ਦੇ ਖਿਲਾਫ ਕ੍ਰੈਕਡਾਊਨ ਕੀਤਾ। ਬਦਮਾਸ਼ ਕਿੰਨਾ ਬਣਾਏ ਜੀ? ਪੁਲਿਸ ਨੇ ਬਣਾਏ ਨੇ ਜੀ, ਗੁਰਬਤ ਨੇ ਬਣਾਏ ਨੇ।
ਇਹ ਬਦਮਾਸ਼ਾਂ ਦੇ ਮਗਰ ਚੜ ਗਏ ਨੇ, ਨਜਾਇਜ਼ ਫਰੋਸ਼ਾਂ ਦੇ ਮਗਰ ਚੜਨ। ਜਿਹੜੀ ਨਜਾਇਜ਼ ਫਰੋਸ਼ੀ ਕਰਦੇ ਨੇ, ਜਿਹੜੇ ਨਵੀਂ ਅੱਗੋਂ ਨਸਲ ਆਉਣ ਨੂੰ ਮਾਰਦੇ ਪਏ ਨੇ, ਇਹ ਜ਼ਹਿਰ ਵੇਚਦੇ ਪਏ ਨੇ, ਉਹਨਾਂ ਨੂੰ ਫੜਨ, ਉਹਨਾਂ ਨੂੰ ਮਾਰਨ। ਜਿਹੜਾ ਬੰਦਾ ਤੇ ਹੈ ਹੀ ਇੱਕ ਸਫੈਦ ਪੋਸ਼, ਜਿਹੜਾ ਆਪਣੀ ਮੁਸੀਬਤ ਦੇ ਵਿੱਚ 302 ਚ ਅੰਦਰੋਂ ਹੋ ਕੇ ਹੈ, ਉਹਨੇ ਤੇ ਵੇਖੋ ਗਵਰਨਮੈਂਟ ਨੂੰ ਪੈਸੇ ਭਰ ਕੇ ਤੇ ਉਹਨੇ ਆਪਣਾ ਲਾਇਸੈਂਸ ਬਣਵਾਇਆ, ਉਹਨੇ ਪਿਸਤੌਲ ਨਾਲ ਲਾਇਆ, ਆਪਣੀ ਸੇਫਟੀ ਵਾਸਤੇ ਲਾਇਆ ਨਾ। ਉਹਨੇ ਕੋਈ ਬਦਮਾਸ਼ੀ ਕਰਨ ਵਾਸਤੇ, ਜਗ੍ਹਾ ਲੈਣ ਵਾਸਤੇ ਤੇ ਨਹੀਂ ਲਾਇਆ ਉਹਨੇ। ਜਾਂ ਤੇ ਜਿਹੜਾ ਜਗ੍ਹਾ ਲੈਂਦਾ ਉਹਨੂੰ ਫੜੋ। ਅੱਛਾ, ਜਦੋਂ ਇਹ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਮਨਸ਼ਿਆਤ ਫਰੋਸ਼ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਤੇਰੇ ਘਰ ਰੇਟ ਹੋ ਰਹੀ ਹੈ ਔਰ ਤੈਨੂੰ ਫੜਿਆ ਜਾਏਗਾ, ਤੇ ਉਹਦੇ 'ਚ ਮੁਕੱਦਮਾ ਜਿਹੜਾ ਉਹ ਕਿਸ ਨੋਇਤ ਦਾ ਹੁੰਦਾ ਹੈ? ਬਹੁਤ ਹਲਕਾ ਮੁਕੱਦਮਾ ਹੁੰਦਾ ਹੈ, ਦਫਾਤ ਛੋਟੀਆਂ ਹੁੰਦੀਆਂ ਨੇ ਤਾਂ ਕਿ ਉਹਦੀ ਅਗਲੇ ਦਿਨ ਜ਼ਮਾਨਤ ਹੋ ਜਾਏ? ਅੱਗੇ ਹੀ ਆਲਰੇਡੀ ਜਿਹੜਾ ਨਜਾਇਜ਼ ਫਰੋਸ਼ ਹੁੰਦਾ ਹੈ, ਉਹ ਉਹਨਾਂ ਕੁ ਕੰਮ ਕਰਦਾ ਹੁੰਦਾ ਜਿਹੜੀ ਮੇਰੀ 2-4 ਦਿਨ 10 ਦਿਨ ਬਾਅਦ ਬੇਲ ਹੋ ਜਾਵੇ, ਪੈਸੇ ਲੈ ਦੇ। ਉਹ ਦਫਾ ਹੀ ਐਸੀ ਲਾ ਦਿੰਦੇ ਨੇ ਜਿਹੜੀ ਅਗਲੇ ਦਿਨ ਬੇਲ ਹੋ ਜਾਂਦੀ ਹੈ। ਉਹਨੇ ਪੈਸੇ ਖਾਦੇ ਹੁੰਦੇ ਨੇ, ਅੱਗੋਂ ਤਫਤੀਸ਼ੀ ਆਪਰੇਸ਼ਨ ਨੇ ਪਰਚਾ ਦੇਣਾ, ਉਹਨੇ ਪੈਸੇ ਖਾਦੇ ਨੇ, ਅੱਗੋਂ ਤਫਤੀਸ਼ੀ ਕੋ ਗਿਆ, ਉਹਨੇ ਵੀ ਪੈਸੇ ਖਾਦੇ ਨੇ। ਉਹਨੇ ਦਫਾ ਨੂੰ ਜਿਹੜੀ ਸਖਤ ਹੈਗੀ ਉਹਨੇ ਤੋੜ ਦਿੱਤੀ ਹੈ, ਨਾਰਮਲ ਉਹਨੇ ਲਾਤੀ ਹੈ, ਸੁਬਾਹ ਅਦਾਲਤ ਗਏ ਨੇ ਤੇ ਬੇਲ ਹੋ ਗਈ। ਅੱਛਾ, ਲਾਹੌਰ ਦੇ ਵਿੱਚ 86 ਪੁਲਿਸ ਸਟੇਸ਼ਨ ਹੈ ਤਕਰੀਬਨ, ਤੇ 86 ਪੁਲਿਸ ਸਟੇਸ਼ਨਾਂ ਦੇ ਵਿੱਚ ਅੰਦਾਜ਼ੇ ਦੇ ਮੁਤਾਬਕ ਕਿੰਨੇ ਕੈਸੇ ਪੁਲਿਸ ਸਟੇਸ਼ਨ ਹੋਣਗੇ ਜਿਨ੍ਹਾਂ 'ਚ ਕੰਮ ਬਕਾਇਦਗੀ ਦੇ ਨਾਲ ਹੁੰਦਾ ਹੈ? तमाम ਲੋਕ ਤੁਸੀਂ ਦੱਸਿਆ ਕਿ तमाम ਲੋਕ ਨਹੀਂ ਕਰਦੇ, ਔਰ तमाम ਲੋਕ ਰਿਸ਼ਵਤ ਵੀ ਨਹੀਂ, ਕੁਝ ਕਾਲੀ ਬਲੈਕ ਸ਼ੀਪਸ ਹਰ ਜਗ੍ਹਾ ਤੇ ਹੁੰਦੀਆਂ ਨੇ। ਤੇ ਕਿੰਨੇ ਕੁ ਥਾਣੇ 86 ਥਾਣਿਆਂ 'ਚ ਹੋਣਗੇ ਜਿੱਥੇ ਇਹ ਕੰਮ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ? ਜਨਾਬ, ਮੈਂ ਤੇ ਇਹ ਗੱਲ ਕਹਾਂਗਾ ਕਿ ਵੀ ਬਹੁਤ ਘੱਟ ਲਾ ਲਓ, ਕੋਈ 8-10 ਥਾਣੇ ਹੋਣਗੇ ਜਿਨ੍ਹਾਂ ਵਿੱਚ ਜਾਂ ਇਲਾਕੇ ਦੇ ਵਿੱਚ ਕ੍ਰਾਈਮ ਨਹੀਂ ਹੁੰਦਾ ਹੋਏਗਾ। ਅੱਛਾ, ਮਤਲਬ ਦੇ ਤਕਰੀਬਨ ਜਿਹੜਾ ਹੈ 50 तो ज़्यादा थाने ऐसे ने जिन्हों के क्राइम हो रहा, इलाका वाइज हो रहा क्राइम। इस शख्स की आपने बात सुनी जिसका ये कहना था कि लाहौर में तकरीबन 86 के करीब थाने हैं, जहां में से 8 या 10 थाने ऐसे होंगे जहां पे ये काम करवाने के लिए रिश्वत नहीं ली जाती है। बाकी तमाम ऐसे पुलिस स्टेशन हैं, चाहे वो SHO हो, ऑपरेशन पुलिस हो या इन्वेस्टिगेशन पुलिस हो, मंथलियाँ हैं। मंथलियों की सूरत में वो जुर्म लाहौर शहर में होता है। अगर कोई सीनियर अफसरान की जानिब से सख्ती की जाए, कोई एक्शन लेने का कहा जाए तो ज़रूर मुकदमात दर्ज होते हैं, लेकिन ऐसे मुलजमान को, ऐसे नजायज़ फरोशों को, ऐसे जुर्म करने वाले लोगों को पहले से इतला दे दी जाती है कि आज हम रेड करेंगे और कुछ लोगों को गिरफ्तार करवाओ ताकि मुकदमा दर्ज किया जा सके। पेड क्राइम में एक सबसे अहम जो चीज़ है वो है मंशियात फरोशी, और आजकल आइस का इस्तेमाल जो है वो बहुत ज़्यादा किया जाता है और आइस बड़े पैमाने में शहर लाहौर में फ़रोख्त भी की जाती है। इसी कमिटमेंट पे कि नाम नहीं लिया जाएगा और चेहरा नहीं दिखाया जाएगा, बात करते हैं एक शख्स से कि किन इलाकों में और किस तरह से ये फ़रोख्त होती है और पुलिस को इसकी माहाना कितनी आमदन होती है जो रिश्वत के तौर पे कमाते हैं वो लोग। अच्छा, आप ये बताएं कि मंशियात में सबसे ज़्यादा इस वक्त आइस का इस्तेमाल लोग कर रहे हैं और मर भी रहे हैं, नौजवान नस्ल को भी तबाह कर रही है, तो ये शहर लाहौर के किन इलाकों में या किस तरह से फ़रोख्त होती है और पुलिस का इसमें क्या किरदार होता है? सर, ये जो आइस का आप पूछ रहे हैं, ये आइस अब किन इलाकों में, मखसूस इलाकों में नहीं रह चुकी, ये आपके हर जगह पे बिकना शुरू हो गई है। ये हर खासो आम की दस्तरस में आ चुकी है, हर बंदा इसको पी रहा है और हर जगह पे बिक रही है, जिसमें पोश एरिया भी आ जाते हैं, जिनमें आपके देहाती एरिया, रूरल एरिया जिसको आप कहते हैं, उनमें भी बिक रही है। और पुलिस की वो कह लें कि दस्तरस में ये बिक रही है, पुलिस ही बिकवा रही है, क्योंकि कोई भी चीज़, कोई भी जराइम जब तक पुलिस नहीं चाहती वो नहीं हो सकता। ये आप लोग जो कहते हैं कि जी पुलिस नहीं करवा रही है, हम खुद करते हैं, हम खुद कुछ भी नहीं कर सकते। इनको हमारे करने से पहले पता होता है, जब कोई नया SHO साहब आते हैं या कोई भी बंदा आता है, उसके नीचे जो बंदे होते हैं वो पहले उसको रिपोर्ट दे चुके होते हैं कि इस इलाके 'ਚ ਇਹ ਬੰਦਾ ਇਹ ਕੰਮ ਕਰਦਾ ਹੈ। ठीक है, ਉਹ ਉਹਨਾਂ ਕੋਲ ਸਾਡੀ ਇਨਫੋਰਮੇਸ਼ਨ ਪਹਿਲੇ ਹੀ ਹੁੰਦੀ ਹੈ ਔਰ ਅਸੀਂ ਉਹ ਜਿਹੜਾ ਕੰਮ ਕਰ ਰਹੇ ਹੁੰਦੇ ਆ, ਹਾਂ ਉਹਦੇ ਵਿੱਚ ਜਿਹੜਾ ਸਾਡਾ ਉਹਨਾਂ ਨਾਲ ਰੇਟ ਤੈਅ ਹੁੰਦਾ ਹੈ, ਹਰ ਬੰਦੇ ਨਾਲ ਸਾਡਾ ਰੇਟ ਲੈਦਾ ਤੈਅ ਹੁੰਦਾ ਵੇ।
ਜਿਸ ਤਰ੍ਹਾਂ ਕੋਈ ਆ ਗਿਆ ਕੋਈ ਜ਼ਿਆਦਾ ਸਖਤ ਤੇ ਉਹਦੇ ਜ਼ਿਆਦਾ ਪੈਸੇ ਨੇ, ਜਿਹੜਾ ਕੋਈ ਥੋੜਾ ਨਰਮ ਹੈ ਉਹਦੇ ਤਿੱਕਰ ਘੱਟ ਪਹੁੰਚਦੇ ਨੇ, ਥੱਲੇ ਕਾਰੇ ਖਾਸਾਂ ਤਿੱਕਰ ਜ਼ਿਆਦਾ ਰਹਿ ਜਾਂਦੇ ਨੇ। ਯਾਨੀ ਕਿ ਉਹ ਸਿਰਫ ਐਸੇ ਤਰੀਕੇ ਦੇ ਨਾਲ ਹੀ ਚੱਲ ਰਿਹਾ। ਉਹਦੇ ਵਿੱਚ ਜਿੱਥੇ ਕਾਲਜ ਯੂਨੀਵਰਸਿਟੀਆਂ ਹਰ ਜਗ੍ਹਾ ਦੇ ਉੱਤੇ ਇਹ ਸਾਰੀ ਚੀਜ਼ ਵਿਕ ਰਹੀ ਹੈ। ਹਰ ਬੰਦਾ, ਨਵੇਂ ਜਿਹੜੇ ਬੱਚੇ ਨੇ ਉਹ ਇਹਨਾਂ ਨੂੰ, ਲੜਕੀਆਂ ਲੜਕੇ ਇਹਨਾਂ ਨੂੰ ਇਹ ਪੀ ਰਹੇ ਨੇ, ਇਸ ਨਸ਼ੇ ਦੇ ਨਾਲ ਉਹ ਜਨਾਬ ਇਹ ਕੰਮ ਕਰਦੇ ਪਏ ਨੇ। ਸਾਰੇ ਮਾਮਲਾਤ ਇੱਥੇ ਯੂਨੀਵਰਸਿਟੀਆਂ ਤੱਕ ਹਰ ਜਗ੍ਹਾ ਤੇ ਚੱਲਦੇ ਪਏ ਨੇ। ਅੱਛਾ, ਇਹ ਦੱਸੋ ਕਿ ਜਿਹੜੇ ਇਲਾਕੇ ਨੇ ਜਿੱਥੇ ਮਨਸ਼ਿਆਤ ਖਾਸ ਕਰ ਆਈਸ ਫਰੋਖਤ ਹੁੰਦੀ ਹੈ, ਉੱਥੇ ਦਾ SHO ਆਪਣੀ ਮਰਜ਼ੀ ਨਾਲ ਲੱਗਦਾ, ਉਹਨੂੰ ਪਤਾ ਚੱਲ ਜਾਂਦਾ ਕਿ ਇੱਥੇ ਆਈਸ ਫਰੋਖਤ ਹੁੰਦੀ ਹੈ ਤੇ ਉਹਦੀ ਤਾਇਨਾਤੀ ਉੱਥੇ ਕਿਸ ਤਰ੍ਹਾਂ ਹੁੰਦੀ ਹੈ, ਔਰ ਫਿਰ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਡੀਲ ਕਰਦਾ ਹੈ? ਜਿਹੜਾ ਮਨਸ਼ਿਆਤ ਫਰੋਖਤ ਕਰਨ ਵਾਲਾ ਹੁੰਦਾ ਹੈ ਉਹਦੇ ਨਾਲ ਕਿਸ ਤਰ੍ਹਾਂ ਡੀਲ ਹੁੰਦੀ ਹੈ? ਖੁਦ ਡੀਲ ਕਰਦਾ ਹੈ ਜਾਂ ਉਹਦਾ ਕਾਰੇ ਖਾਸ ਡੀਲ ਕਰਦਾ? ਸਰ, ਜਿਹੜਾ ਤੇ SHO ਸਾਡੇ ਇਲਾਕੇ 'ਚ ਪਹਿਲੇ ਲੱਗ ਕੇ ਜਾ ਚੁੱਕਿਆ ਹੁੰਦਾ ਹੈ, ਔਰ ਉਹਨਾਂ ਤੇ ਸਾਡੀ ਸਲਾਮ ਦੁਆ ਹੋ ਚੁੱਕੀ ਹੁੰਦੀ। ਕੋਈ ਖਾਣਾ ਛਾਣਾ, ਕੋਈ ਰੋਟੀ ਛੋਟੀ, ਕੋਈ ਸੌ, ਔਰ ਕੋਈ ਮਹਿਮਾਨ ਆ ਗਏ ਵਾਧਾ ਘਾਟਾ, ਅਸੀਂ ਉਹਦੇ ਨਾਲ ਕਰਦੇ ਕੁੱਦੇ ਰਹਿੰਦੇ ਹਾਂ। ਉਹ ਫਿਰ ਜਦੋਂ ਦੁਬਾਰਾ ਉਹਨੂੰ ਪਤਾ ਹੁੰਦਾ ਕਿ ਇੱਥੇ 3 ਡੀਲਰ ਨੇ, 4 ਡੀਲਰ ਨੇ, ਇਸ ਇਲਾਕੇ ਦੇ ਮੇਨ 2-3 ਹੀ ਡੀਲਰ ਹੁੰਦੇ ਨੇ, ਅੱਗੋਂ ਸਬ ਡੀਲਰ ਹੁੰਦੇ ਨੇ ਜਿਹੜੇ ਗਲੀਆਂ ਮਹੱਲਿਆਂ ਤੱਕ ਜਿਹੜੇ ਅਪਰੋਚ ਕਰਦੇ ਨੇ, ਸਕੂਲ ਕਾਲਜਾਂ ਤੱਕ ਜਿਹੜੇ ਜਾਂਦੇ ਨੇ। ਤੇ ਜਿਹੜੇ SHO ਪਹਿਲੇ ਲੱਗ ਚੁੱਕੇ ਹੁੰਦੇ ਨੇ ਉਹ ਤੇ ਆ ਕੇ ਸਾਡੇ ਨਾਲ ਡਾਇਰੈਕਟ ਹੀ ਹੋ ਜਾਂਦੇ ਨੇ। ਉਹ ਵਿੱਚੋਂ ਜਿਹੜਾ ਉਹਨਾਂ ਦਾ ਕਾਰੇ ਖਾਸ ਦਾ ਵੀ ਕਮਿਸ਼ਨ ਹੁੰਦਾ ਉਹ ਵੀ ਘਟ ਜਾਂਦੇ ਨੇ। ਉਹ ਸਾਨੂੰ ਡਾਇਰੈਕਟ ਹੀ ਬੁਲਾ ਲੈਂਦੇ ਨੇ, ਹਾਂ ਬਈ ਕਿਸ ਤਰ੍ਹਾਂ। ਉਹ ਫਿਰ ਸਾਨੂੰ ਖੁੱਲ੍ਹ ਕੇ ਕੰਮ ਕਰਨ ਦੀ ਇਜਾਜ਼ਤ ਵੀ, ਕਿਉਂਕਿ ਇਤਮਾਦ ਹੁੰਦਾ ਉਹਨਾਂ ਨੂੰ ਵੀ ਸਾਡੇ ਤੇ, ਸਾਨੂੰ ਉਹਨਾਂ ਤੇ ਹੁੰਦਾ ਕਿ ਸਾਨੂੰ ਫੜਨਗੇ ਨਹੀਂ, ਤੇ ਸਾਨੂੰ ਉਹਨਾਂ ਨੂੰ ਇਹ ਹੁੰਦਾ ਕਿ ਜੋ ਆਏਗਾ ਸਾਡੇ ਹੱਥ ਦੇ ਵਿੱਚ ਸਾਡਾ ਪੂਰੇ ਦਾ ਪੂਰਾ ਕੈਸ਼ ਹੀ ਆਏਗਾ। ਤੇ ਜਿਹੜਾ ਨਵਾਂ ਆਂਦਾ ਸਰ, ਉਹ ਇਹਨਾਂ ਦੇ ਕਾਰੇ ਖਾਸ ਕੁਝ ਬੰਦਿਆਂ ਨੇ ਸਿਵਲ ਲੋਕ ਨਾਲ ਰੱਖੇ ਨੇ ਆਪਣੇ, ਕੁਝ ਬੰਦਿਆਂ ਨੇ ਨਾਲ ਪ੍ਰਾਈਵੇਟ, ਯਾਨੀ ਕਿ ਕਹਿ ਲਓ ਕਿ ਮੁਲਾਜ਼ਮ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ। ਉਹ ਜਿਹੜੇ ਪੁਰਾਣੇ ਮੁਲਾਜ਼ਮ ਨਹੀਂ ਹੁੰਦੇ ਕਿ ਜਿਨ੍ਹਾਂ ਨੂੰ ਸਾਰਾ ਪਤਾ ਹੁੰਦਾ, ਦਾਈ ਹੁੰਦੀ ਜਿਹੜੀ ਇਲਾਕੇ ਦੀ, ਔਰ ਪੂਰੀ ਰਿਪੋਰਟ ਹੁੰਦੀ ਉਹਨਾਂ ਕੋਲ, ਉਹ ਫਿਰ ਡੀਲ ਕਰਾਉਂਦੇ ਨੇ। ਕਿਉਂਕਿ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਯਾਰ ਇਹ ਕੰਮ ਨਹੀਂ ਕਰਨ ਦੇ ਰਿਹਾ ਸਾਨੂੰ, ਤੇ ਸਾਡਾ ਕੋਈ ਕੰਮ ਸ਼ਮ ਸਿੱਧਾ ਕਰਾ। ਉਹ ਫਿਰ ਸਾਨੂੰ ਕਹੇਗਾ ਕਿ 15-20 ਦਿਨ ਆ ਵੀ ਖਾਂਦਾ ਹੈ ਕੱਲਾ, ਕਿ ਉਹ ਫਿਰ SHO ਨੂੰ ਸਮਝਾਉਂਦਾ ਹੈ ਕਿ ਸਾਰੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਅਬਲਾਈਜ ਕਰੋ ਜਾਂ ਜੋ ਵੀ। ਉਹ ਫਿਰ ਬਹਿ ਕੇ ਰੇਟ ਤੈਅ ਹੋ ਜਾਂਦਾ। ਉਹ ਫਿਰ SHO ਨਵਾਂ ਜਿਹੜਾ SHO ਹੁੰਦਾ ਉਹ ਸਾਡੇ ਨਾਲ ਡਾਇਰੈਕਟ ਰੇਟ ਨਹੀਂ ਤੈਅ ਕਰਦਾ। ਅੱਛਾ, ਉਹ ਕਾਰੇ ਖਾਸ ਹੀ ਕਰਦੇ ਨੇ, ਕਿਉਂਕਿ ਕਾਰੇ ਖਾਸ ਨਾਲ ਸਾਡੀ ਹੁੰਦੀ ਹੈ। SHO ਸਾਡੇ ਕੋਲ ਡਰ ਰਿਹਾ ਹੁੰਦਾ, ਅਸੀਂ ਉਹਦੇ ਕੋਲ ਡਰ ਰਹੇ ਹੁੰਦੇ। ਅਸਲ ਗੱਲ ਇਹ ਹੁੰਦੀ ਹੈ ਕਿ ਜਦੋਂ ਦਿਲ 'ਚ ਚੋਰ ਹੋਏਗਾ ਨਾ ਜਨਾਬ, ਅਸੀਂ ਫਿਰ ਦੋਵੇਂ ਇੱਕ ਦੂਜੇ ਕੋਲ ਡਰਾਂਗੇ। ਉਹ ਫਿਰ ਜਦੋਂ ਇੱਕ ਦਫਾ ਰਾਹ ਖੁੱਲ ਜਾਂਦਾ ਫਿਰ SHO ਵੀ ਸਾਡੇ ਨਾਲ ਡਾਇਰੈਕਟ ਹੋ ਜਾਂਦਾ। ਉਹ ਜ਼ਾਹਰੀ ਗੱਲ ਹੈ, ਜਦੋਂ ਅਸੀਂ ਉਹਦੇ ਨਾਲ ਚੱਲ ਪੈਂਦੇ ਹਾਂ ਫਿਰ ਇੱਕ ਦਫਾ ਜਦੋਂ ਮੰਥਲੀ ਚਲੀ ਜਾਂਦੀ ਹੈ ਫਿਰ ਸਾਨੂੰ ਜ਼ਰਾ ਪਤਾ ਲੱਗ ਜਾਂਦਾ। ਲੇਕਿਨ ਉਹਦੇ ਵਿੱਚ ਵੀ ਇਹ ਨਹੀਂ ਹੁੰਦਾ ਕਿ SHO ਲੱਗ ਗਿਆ ਤੇ ਅਸੀਂ ਪੈਸੇ ਦੇ ਰਹੇ ਹਾਂ ਤੇ ਸਾਨੂੰ ਉਹਨੇ ਬਿਲਕੁਲ ਜੀਣ ਦੇਣਾ। ਉਹਨੇ ਸਾਡੇ ਕੋਲ ਹਰ ਮਹੀਨੇ 2-3 ਪਰਚੇ ਲੈਣੇ ਨੇ। ਅੱਛਾ, ਉਹਨੇ ਕਹਿ ਕੇ ਲੈਣੇ ਨੇ ਕਿ ਜਨਾਬ ਇਸ ਮਹੀਨੇ ਸਾਨੂੰ 4 ਪਰਚੇ ਚਾਹੀਦੇ ਨੇ, ਇਸ ਮਹੀਨੇ ਸਾਨੂੰ 5 ਚਾਹੀਦੇ ਨੇ। ਉਹਨਾਂ ਨੇ ਆਪਣੀ ਕੋਈ ਕਾਰਗਰਦਗੀ ਦਾ ਦੱਸਦੇ ਨੇ ਜੀ, ਅਸੀਂ ਉੱਤੇ ਵਿਖਾਣੀ। ਉਹ ਫਿਰ ਮੁੰਡੇ ਰੱਖੇ ਹੁੰਦੇ ਨੇ ਅਸੀਂ, ਜਿਹੜੇ ਸਪਲਾਇਰ ਹੁੰਦੇ ਨੇ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ, ਉਹਨਾਂ ਦੇ ਪਰਚੇ ਦਵਾ ਕੇ ਅਸੀਂ ਫਿਰ ਉਹ ਅਗਲੇ ਦਿਨ ਜ਼ਮਾਨਤ, ਉਹ ਫਿਰ ਉਹ ਦਫਾ ਉਹੋ ਜਿਹੀ ਲਾਉਂਦੇ ਨੇ ਤਾਂ ਕਿ ਅਗਲੇ ਦਿਨ ਸਾਡਾ ਕੰਮ ਹੋ ਜਾਵੇ। ਉਹ ਭਾਵੇਂ ਟੁੱਟਾ ਜਿਹਾ ਵਕੀਲ ਵੀ ਖਿਲਾਰੀਏ ਤੇ ਕੰਮ ਹੋ ਜਾਂਦਾ। ਅੱਛਾ, ਇਹ ਦੱਸੋ ਕਿ ਜਿਹੜੇ ਲੋਕ ਮਨਸ਼ਿਆਤ ਦਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੇ ਇਲਾਕੇ 'ਚ ਮਨਸ਼ਿਆਤ ਮਿਲ ਰਹੀ ਹੈ, ਤੇ ਉਹ ਵੀ ਕੁਝ ਪੁਲਿਸ ਦੀ ਖਿਦਮਤ ਕਰਦੇ ਨੇ ਜਾਂ ਉਹ ਸਿਰਫ ਮਨਸ਼ਿਆਤ ਪੈਸੇ ਦੇ ਕੇ ਖਰੀਦਦੇ ਨੇ? ਸਰ, ਉਹਨਾਂ ਦਾ ਤੇ ਕੋਈ ਲਿੰਕ ਨਹੀਂ ਹੈਗਾ ਪੁਲਿਸ ਨਾਲ। ਉਹ ਸਿਰਫ ਵਿਚਾਰੇ ਉਹੀ ਨੇ ਕਿ ਲੈ ਕੇ ਜਾਂਦੇ ਆ ਫੜੇ ਗਏ ਨੇ ਜਾਂ ਆਪ ਫੜਵਾਤਾ ਹੈ। ਕਈ ਦਫਾ ਜਿਹੜੇ ਥੱਲੜੇ ਹੁੰਦੇ ਨੇ ਉਹ ਆਪਣੀ ਦਿਹਾੜੀ ਲਾਉਣ ਦੇ ਚੱਕਰ ਦੇ ਵਿੱਚ ਪੁਲਿਸ ਵਾਲਿਆਂ ਨਾਲ ਹੁੰਦੀ ਹੈ ਕਿ ਪੁਲਿਸ ਵਾਲਿਆਂ ਦੀ ਸਾਰੀ ਗੱਲ ਹੈ, ਥੱਲੇ ਜਿਹੜੀ ਚੇਨ ਪੂਰੀ ਚੱਲ ਰਹੀ ਹੈ ਨਾ ਥੱਲੇ ਤੱਕ, ਉਹਨਾਂ ਨੂੰ ਪਤਾ ਹੈ ਕਿ ਵੇਚ ਕੌਣ ਰਿਹਾ, ਡੀਲਰ ਕੌਣ ਹੈ। ਜਿਹੜੇ ਵੱਡੇ ਨੇ ਉਹਨਾਂ ਦਾ ਤਾਂ ਸਾਨੂੰ ਵੀ ਨਹੀਂ ਪਤਾ ਕਿ ਕੌਣ ਨੇ ਆ ਕਿੱਥੋਂ ਰਹੀ ਹੈ, ਲੇਕਿਨ ਜਿਹੜੇ ਵੇਚ ਰਹੇ ਨੇ ਨਾ ਉਹ ਪੁਲਿਸ ਨੂੰ ਸਾਰਿਆਂ ਦਾ ਪਤਾ ਹੁੰਦਾ। ਉਹ ਫਿਰ ਵਿੱਚ ਆਪਣੀ ਦਿਹਾੜੀ ਲਾਉਣ ਲਈ ਜਿਹੜੇ ਥੱਲੜੇ ਲੈਵਲ ਦੇ ਜਿਹੜੇ ਮੁਹੱਫਜ਼ ਬਾਜ਼ ਫੇਰੇ ਹੁੰਦੇ ਨੇ, ਇਹ ਆਪਸ ਦੇ ਵਿੱਚ ਇਹਨਾਂ ਦਾ ਹੁੰਦਾ ਕਿ ਯਾਰ ਮੈਂ ਬੰਦਾ ਇੱਥੋਂ ਲੈ ਕੇ ਨਿਕਲੇਗਾ ਮੈਨੂੰ ਫੜਾ ਦੇਵਾਂਗਾ, 10,000 ਆਏਗਾ, 5 ਤੂੰ ਕਰ ਲਈ, 5 ਮੈਂ। ਔਰ ਕੋਲ ਕੀ ਹੁੰਦਾ ਹੈ, 1 ਗ੍ਰਾਮ ਹੋਏਗੀ, 2 ਗ੍ਰਾਮ ਹੋਏਗੀ, ਇਸ ਤੋਂ ਜ਼ਿਆਦਾ ਕਿਸੇ ਨੇ ਕੀ ਲੈ ਕੇ ਜਾਣੀ ਹੈ। ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਅੱਟੀ ਸੱਟੀ ਹੁੰਦੀ ਹੈ। ਉਹ ਕਸਟਮਰ ਤਾਂ ਫੜਿਆ ਜਾਂਦਾ, ਉਹ ਆਪ ਫੜਵਾਇਆ ਜਾਂਦਾ, ਨਹੀਂ ਤੇ ਕਿਸੇ ਨੂੰ ਕੀ ਪਤਾ ਇੰਨਾ ਸ਼ਹਿਰੀ ਜਾ ਰਿਹਾ ਕਿ ਕਿਹਦੀ ਜੇਬ ਚੋਂ ਕੱਢਣੀ ਹੈ। ਉਹ ਨਹੀਂ, ਸਾਰਾ ਮਸਲਾ ਨਹੀਂ ਹੁੰਦਾ। ਅੱਛਾ, ਇਹ ਦੱਸੋ ਕਿ ਜਿਹੜਾ ਮਨਸ਼ਿਆਤ ਫਰੋਖਤ ਕਰਵਾਉਣ ਵਾਲਾ SHO ਹੁੰਦਾ ਹੈ, ਉਹ ਜਦੋਂ ਬਾਰ-ਬਾਰ ਇੱਕੋ ਥਾਣੇ 'ਚ ਲੱਗਦਾ ਤੇ ਉਹ ਅਫਸਰਾਨ ਨੂੰ ਨਹੀਂ ਪਤਾ ਲੱਗਦਾ ਕਿ ਕੀ ਵਜ੍ਹਾ ਹੈ ਉਹ ਉਸੇ ਇਲਾਕੇ ਦੇ ਵਿੱਚ ਖੁਆਇਸ਼ਮੰਦ ਹੈਗਾ ਦੁਬਾਰਾ ਲੱਗਣ ਦਾ, ਤੇ ਉਹਨੂੰ ਦੁਬਾਰਾ ਲਾ ਵੀ ਦਿੱਤਾ ਜਾਂਦਾ? ਜਾਂ ਤੁਸੀਂ ਲੋਕ ਵੀ ਕੋਈ ਸਿਫਾਰਿਸ਼ ਤਲਾਸ਼ ਕਰਦੇ ਹੋ ਜਾਂ ਪੈਸੇ ਦਿੰਦੇ ਹੋ ਕਿ ਉਹਦੀ ਦੁਬਾਰਾ ਤੋਂ ਉੱਥੇ ਤਾਇਨਾਤੀ ਹੋਵੇ? ਸਾਰੇ ਸਾਨੂੰ ਤੇ ਜਿਹੜਾ ਸਾਡੇ ਖਿਲਾਫ ਚੱਲ ਰਿਹਾ ਹੁੰਦਾ ਬਹੁਤਾ, ਉਹ ਖਿਲਾਫ ਸਿਰਫ ਇਹੀ ਹੁੰਦਾ ਕਿ ਸਾਡੀ ਉਹਦੇ ਨਾਲ ਰੇਟ ਨਹੀਂ ਤੈਅ। ਜੇ ਅਸੀਂ ਲੱਖ ਕਮਾ ਰਹੇ ਹਾਂ ਤੇ ਅਸੀਂ ਤੁਹਾਨੂੰ 1.5 ਲੱਖ ਤੇ ਨਹੀਂ ਦੇ ਸਕਦੇ ਨਾ। ਉਹ ਪੈਸਿਆਂ ਦੀ ਡਿਮਾਂਡ ਜ਼ਿਆਦਾ ਕਰ ਰਿਹਾ ਹੁੰਦਾ, ਫਿਰ ਅਸੀਂ ਕੰਮ ਡੱਕ ਕੇ ਅਸੀਂ ਦੂਜੇ ਇਲਾਕੇ ਸ਼ੁਰੂ ਕਰ ਲੈਂਦੇ ਆ। ਤੇ ਉਹ ਜਿਹੜਾ ਹੁੰਦਾ ਵੇ SHO, ਅਸੀਂ ਵੀ ਕੋਸ਼ਿਸ਼ ਕਰਨੇ ਆ, ਕੋਈ ਤਲਕ ਵਾਸਤਾ ਅਸੀਂ ਵੀ ਕੱਢਨੇ ਆ ਕਿ ਇਕੱਠੇ ਚਲੋ 2-4 ਲੱਖ ਭਰ ਕੇ ਉਹਨੂੰ ਕਹੀਦਾ ਯਾਰ ਕਿਸੇ ਨੇ ਲੱਗਣਾ ਹੁੰਦਾ ਜਿਹੜਾ ਸਾਡੇ ਤਲਕ ਵਾਲਾ ਹੁੰਦਾ,
ਉਹਨੂੰ ਕਹਿੰਦੇ ਯਾਰ 2-4 ਲੱਖ ਅਸੀਂ ਤੈਨੂੰ ਦਿੰਨੇ ਆ ਆਪਣੇ ਵੱਲੋਂ, ਤੂੰ ਇਹ ਬੰਦਾ ਲਵਾ ਦੇ ਇੱਥੇ। ਅੱਛਾ, ਉਹ ਫਿਰ ਪਿੱਛੇ ਦਫ਼ਤਰਾਂ 'ਚ ਗੱਲਬਾਤ ਹੁੰਦੀ, ਉਹ ਫਿਰ ਸਾਡੇ ਨਾਲ ਮੁੱਕਦੇ ਨੇ, ਕੋਈ 2-4 ਲੱਖ SHO ਭਰਦਾ, 2-4 ਅਸੀਂ ਭਰਨੇ ਆ, ਆਪਣੀ ਮਰਜ਼ੀ ਦਾ ਲਵਾ ਕੇ ਸਕੂਨ ਨਾਲ ਕੰਮ ਕਰੀਦਾ। ਲੇਕਿਨ ਜਿਹੜਾ ਤੁਹਾਡਾ ਦੂਜਾ ਕੁਐਸਚਨ ਹੈ ਕਿ ਉੱਤੇ ਪਤਾ ਨਹੀਂ ਹੁੰਦਾ ਸਰ, ਇੱਕ ਸਿਸਟਮ ਹੈ ਤੇ ਸਿਸਟਮ ਦਾ ਸਭ ਨੂੰ ਪਤਾ ਹੈ ਕਿ ਇੱਥੇ ਕੀ ਕੀ ਚੱਲ ਰਿਹਾ ਹੈ, ਬਕਾਇਦਾ ਹਰ ਚੀਜ਼ ਦੀ ਇਨਫੋਰਮੇਸ਼ਨ ਜੇ ਇੱਕ ਸਿਪਾਹੀ ਨੂੰ ਪਤਾ ਹੈ, SHO ਨੂੰ ਆ ਕੇ ਉਹ ਦੱਸਦਾ ਹੈ ਕਿ ਜਨਾਬ ਇੱਥੇ 10 ਲੱਖ ਦੀ ਮੰਥਲੀ ਜੇ, ਇਸ ਥਾਣੇ 'ਚ 20 ਲੱਖ ਦੀ ਮੰਥਲੀ ਜੇ, ਉਹ ਜਿਹੋ ਜਿਹਾ ਏਰੀਆ ਉਹਨਾਂ ਨੂੰ ਪਤਾ ਹੁੰਦਾ ਕਿ ਇੱਥੇ ਇੰਨੇ ਦੀ ਮੰਥਲੀ ਚੱਲ ਰਹੀ ਹੈ, ਇੱਥੇ ਇਹ ਪੈਸਾ ਹੈ। ਔਰ ਇਹ ਤੇ ਕੁਐਸਚਨ ਵੈਸੇ ਅਗਰ ਕਿਸੇ ਨੂੰ ਵੀ ਪੁੱਛਿਆ ਜਾਏ, ਹਰ ਪੁਲਿਸ ਵਾਲੇ ਨੂੰ ਪਤਾ ਹੈ, ਤੁਸੀਂ ਪੁੱਛੋ ਕਿਸੇ ਮੁਲਾਜ਼ਮ ਨੂੰ ਪੁੱਛੋ, ਵੈਸੇ ਹੀ ਤੁਹਾਨੂੰ ਦੱਸੇਗਾ ਕਿ ਫਲਾਣੇ ਥਾਣੇ ਦੀ ਇੰਨੀ ਰਿਕਵਰੀ ਹੈ ਮਹੀਨੇ ਦੀ, ਇਹਨਾਂ ਦੀਆਂ ਪੱਕੀਆਂ ਰਿਕਵਰੀਆਂ ਜਨਾਬ। ਅੱਛਾ, SHO ਜਿਹੜੇ ਲੱਗਦੇ ਨੇ ਇਹਨਾਂ ਤਗੜਿਆਂ ਥਾਣਿਆਂ ਦੇ ਵਿੱਚ, ਕੋਈ ਜ਼ਿਆਦਾ ਤੋਂ ਜ਼ਿਆਦਾ ਕਿੰਨੀ ਆਮਦਨ ਉਸ ਜਗ੍ਹਾ ਤੇ ਸਰ ਜਿਹੜੇ ਥਾਣੇ 'ਚ ਹੋਗੀ? ਵੱਡੇ ਥਾਣੇ ਨੇ ਨਾ ਜਿਹੜੇ ਸਰ, ਜਿਨ੍ਹਾਂ ਦੇ ਵਿੱਚ ਆਈਸ ਦਾ ਤੇ ਬਾਕੀ ਵੀ ਕਾਫੀ ਜਰਾਇਮ ਨੇ, ਤੇ ਸਰ ਕਮ ਅਜ਼ ਕਮ ਜਿਹੜੇ ਤਗੜੇ ਥਾਣੇ ਨੇ ਉਹਨਾਂ ਦੀ 20 ਲੱਖ ਤੋਂ ਉੱਤੇ ਦੀ ਇਨਕਮ ਹੈ, ਮੰਥਲੀ ਰਿਕਵਰੀ ਹੈ ਸਰ। ਇਹ 100% ਹੈ, ਤੁਸੀਂ ਆਪਣੀ ਇਨਵੈਸਟੀਗੇਸ਼ਨ ਕਰ ਲਓ ਥੱਲੜੇ ਲੈਵਲ ਤੋਂ ਜਾ ਕੇ। ਅੱਛਾ, ਔਰ ਉਹਨਾਂ ਦੇ ਕਾਰੇ ਖਾਸ ਦੱਸਦੇ ਨੇ ਉਹਨਾਂ ਨੂੰ, ਨਵੇਂ ਆਉਣ ਵਾਲਾ ਜਿਹੜਾ ਉੱਥੇ ਬੰਦੇ ਅਮਲਾ ਹੁੰਦਾ ਹੈ ਉਹਨਾਂ ਨੂੰ ਦੱਸਦਾ ਹੈ ਕਿ ਸਾਰੇ ਇਹ ਥਾਣੇ 'ਚ ਇਹ ਹੈਗਾ ਵੇ, ਇਹ ਫਲਾਣੇ ਬੰਦੇ ਨੇ, ਇਹਨਾਂ ਕੋਲੋਂ ਇੰਜ ਇਸ ਤਰੀਕੇ ਦੇ ਨਾਲ ਪੈਸੇ ਆ ਸਕਦੇ ਨੇ, ਸਾਰੇ ਇੰਜ ਆਉਂਦੇ ਨੇ, ਇਹ ਬੰਦਾ ਇੰਨੇ ਦਿੰਦਾ, ਸਾਰੇ ਨੂੰ ਨਾ ਛੇੜਨਾ, ਇਹ ਫਲਾਣਾ ਹੈ ਤੇ ਇਹ ਗੁਟਕਾ ਵੇਚਣ ਵਾਲਾ ਹੈ, ਤੁਸੀਂ ਇਹ ਗੁਟਕਾ ਵੀ ਬੈਨ ਹੈਗਾ, ਗੁਟਕਾ ਤੁਹਾਡੇ ਪੂਰੇ ਲੋਕ ਵੇਚਦੇ ਨੇ, ਸਾਡੇ ਕਈ ਜਾਣਨ ਵਾਲੇ ਵੇਚਣ ਦੇ ਨੇ, ਤੇ ਉਹਨਾਂ ਨੂੰ ਪਤਾ ਹੈ ਮੰਥਲੀਆਂ ਦੇਣੀਆਂ ਨੇ, ਉਹ ਸਰੇਆਮ ਵੇਚਣ ਦੇ ਨੇ, ਖਲੋ ਕੇ ਵੇਚਦੇ ਨੇ, ਪੁਲਿਸ ਵਾਲੇ ਜਾ ਕੇ, ਤੇ ਜਿਹੜਾ ਨਹੀਂ ਮੰਥਲੀ ਦਿੰਦਾ ਉੱਥੇ ਪੁਲਿਸ ਵਾਲਾ ਜਾ ਕੇ ਆਪ ਹੀ ਪ੍ਰਾਈਵੇਟ ਬੰਦਾ ਭੇਜੇਗਾ, ਔਰ ਕੋਈ ਖਰੀਦਦਾਰੀ ਕਰਾਏਗਾ, ਉਹ ਜਾ ਕੇ 10 ਰੁਪਏ ਦਾ 20 ਰੁਪਏ ਦਾ ਜਿੰਨੇ ਦਾ ਗੁਟਕਾ ਉਹ ਖਰੀਦੇਗਾ, ਖਰੀਦ ਕੇ ਨਾਲ ਹੀ 4 ਮੁਲਾਜ਼ਮ ਉੱਤੇ ਚੜ ਜਾਣਗੇ, ਪਹਿਲੇ ਉਹ ਆਪ ਛੁਰੀ ਫੇਰਨਗੇ, ਫਿਰ ਉੱਥੋਂ ਉਹਨੂੰ ਫੜਨਗੇ, ਅੱਗੇ ਲਾਈ ਜਾਣਗੇ, ਫਿਰ ਜੋ ਪੈਸੇ ਦੇਗਾ ਮਰਰ ਗੱਲ ਕਰੇਗਾ ਜਾਂ ਕਾਰੇ ਖਾਸ ਨੂੰ ਮਿਲਾਣਗੇ, ਕਾਰੇ ਖਾਸ ਦੱਸੇਗਾ ਭਾਈ ਇੱਥੇ ਇੰਨਾ ਗੁਟਕਾ ਦਾ 200 ਵਿਕਦਾ ਜੇ, 400 ਵਿਕਦਾ ਜੇ, ਫਿਰ ਉਹਦੀ ਉਹ ਰੇਸ਼ੋ ਕੱਢਦੇ ਨੇ, ਉਹ ਰੇਸ਼ੋ ਕੱਢਣਗੇ, ਰੇਸ਼ੋ ਕੱਢ ਕੇ ਉਹਨੂੰ ਕਹਿਣਗੇ ਸ਼ਾਮ ਨੂੰ ਭਾਈ ਇੰਨੇ ਪੈਸੇ ਤੂੰ ਭੇਜਣੇ ਨੇ, ਉਹ ਦੇਗਾ ਤੇ ਚੱਲੇਗਾ। ਇਹ ਸਾਰਾ ਸਿਸਟਮ ਹੈ ਪੂਰਾ, ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਨੂੰ ਪਤਾ ਨਹੀਂ ਹੈਗਾ ਤੇ ਸਭ, ਉਹ ਅਗਰ ਵੈਸੇ ਸਭ ਅੱਖਾਂ ਬੰਦ ਕਰ ਲੈਣ ਤੇ ਇੱਕ ਲੈਦਾ ਗੱਲ ਹੈ, ਪਤਾ ਸਭ ਨੂੰ ਹੈ। ਅੱਛਾ, ਜਿਹੜਾ ਕਾਰੇ ਖਾਸ ਹੈ ਇਹ ਨਾਲ ਆਂਦਾ ਹੈ ਜਾਂ ਉੱਥੇ ਆ ਕੇ ਨਵਾਂ ਡਿਵੈਲਪ ਹੁੰਦਾ ਹੈ ਉਸ ਥਾਣੇ ਦੇ ਵਿੱਚ, ਉਹਦੀ ਤਾਇਨਾਤੀ ਕਿਸ ਤਰ੍ਹਾਂ ਹੁੰਦੀ ਹੈ? ਸਰ ਮੋਸਟਲੀ ਤੇ ਇੰਜ ਹੁੰਦਾ ਹੈ ਕਿ ਜਿਹੜਾ SHO ਸਾਹਿਬ ਆਉਂਦੇ ਨੇ ਨਾ, ਉਹ ਪੱਕੇ ਬੰਦੇ ਨੇ, ਉਹਨਾਂ ਦੇ ਨਾਲ ਉਹ ਮੂਵ ਉਹਨਾਂ ਦੇ ਨਾਲ ਕਰਨੇ ਹੀ ਕਰਨੇ ਹੁੰਦੇ ਨੇ, ਕਿਉਂਕਿ ਉਹ ਇਤਮਾਦ ਹੀ ਨਹੀਂ ਕਿਸੇ ਤੇ ਕਰਦਾ। ਤੇ ਕਈ ਦਫਾ ਅਸੀਂ ਇਹ ਵੀ ਵੇਖਿਆ ਕਿ SHO ਆ ਕੇ ਲੱਗਾ ਵੇ, SHO ਕਿਸੇ ਥਾਣੇ ਦਾ ਹੈ ਤੇ ਕਾਰੇ ਖਾਸ ਹਾਜ਼ਰ ਸਰਵਿਸ ਹੁੰਦਾ ਵੇ। ਅੱਛਾ, ਪੁਲਿਸ ਮੁਲਾਜ਼ਮ ਨਹੀਂ ਹੁੰਦੇ ਨੇ, ਮੋਸਟਲੀ ਪੁਲਿਸ ਮੁਲਾਜ਼ਮ ਹੁੰਦੇ ਨੇ, ਕਿਉਂਕਿ ਪਿੱਛੇ ਸਖਤੀ ਹੋਈ ਸੀ ਤੇ ਉਹਨਾਂ ਨੇ ਪ੍ਰਾਈਵੇਟ ਬੰਦੇ ਥਾਣਿਆਂ ਚੋਂ ਕੱਢਤੇ ਸਨ। ਠੀਕ ਹੈ, ਹੁੰਦਾ ਪੁਲਿਸ ਵਾਲਾ ਹੀ ਹੈ, ਲੇਕਿਨ ਡਿਊਟੀ ਉਹ ਕਰਦਾ ਪਿਆ ਕਿਸੇ ਥਾਣੇ ਦੇ ਵਿੱਚ, ਉਹਦੀ ਪੋਸਟਿੰਗ ਕਿਸੇ ਥਾਣੇ 'ਚ ਲੱਗਾ, ਤੁਹਾਡੇ ਨਾਲ ਆ ਕੇ ਬੈਠਾ ਹੋਇਆ ਤੇ ਉਹ ਆਟੋਮੈਟਿਕਲੀ SHO ਹੀ ਹੁੰਦਾ। ਸਾਰੇ ਅਮਲੇ ਨੂੰ ਪਤਾ ਹੈ ਕਿ SHO ਹੀ ਬੋਲ ਰਿਹਾ, ਜੋ ਬੋਲ ਰਿਹਾ ਉਹ ਹੁੰਦਾ ਸਿਪਾਹੀ ਹੈ, ਲੇਕਿਨ ਉਹਨੇ ਕੰਮ ਪੂਰਾ ਖਿੱਚਿਆ ਹੁੰਦਾ, ਉਹ ਤੇ ਡਿਊਟੀਆਂ ਵੀ ਆਪ ਹੀ ਲਾਉਂਦੇ ਨੇ ਬੰਦਿਆਂ ਦੀਆਂ। ये आपने सुना कि जो एक किस्म नई चीज़ सामने आई है कि इस तरह के SHOs जो अपने इलाकों में पेड क्राइम करवाते हैं उसको कारे ख़ास का एक नाम दिया जाता है, जो मंथली मुख्तलिफ थानों में तैनात होने वाले SHOs की इकट्ठी करता है। और इस तरह के लोग जो जुर्म करते हैं या मंशियात फरोशी करते हैं, कैबा खाना चलाते हैं या इस तरह के दीगर क्राइम में मुलविस होते हैं, वो कारे ख़ास के ज़रिए SHO को लाखों रुपए की रकम जमा करवाते हैं। साबिक DSP अतीक सिंधु हमारे साथ हैं, जो पेड क्राइम लाहौर में होता है और पुलिस कुछ इलाकों में रकम लेकर उस क्राइम को, उस जुर्म को करवाती है। कुछ इसकी तफसील जो है वो जानने की इनसे कोशिश करेंगे। अतीक साहब, बहुत शुक्रिया आपका, आप साबिक पुलिस ऑफिसर रहे हैं, तो ये बताएं कि ये पेड क्राइम होता क्या है, पुलिस की सरपरस्ती में होता है, इसका मतलब क्या है? शेख साहब, बुनियादी तौर पर आप भी क्राइम रिपोर्टर रहे हैं, आपको बड़ी दिलचस्पी है, आपको बड़ी मालूमात हैं। मैं आपको ये बताना चाहता हूँ कि पेड क्राइम ना पुलिस की मर्जी के बगैर हो ही नहीं सकता।
अगर वो अपना बहुत बड़ा भी अपने को समझे मैं बड़ा फनेहा हूँ, वो 1 महीने से ज़्यादा अपना अड्डा नहीं चला सकता। ठीक है। पेड क्राइम में आता है काबा खाना, जिसको आप कोठी खाना कहते हैं। अब तो आप जहाँ हाथ लगाए कि बेरोज़गारी इतनी आ गई है, गुर्बत इतनी आ गई है, लोगों ने जिस्म फरोशी अपने सिर्फ रिज़्क के लिए, अपना घर का खर्चा चलाने के कर रहे हैं, और स्टेट उनके लिए कुछ नहीं कर रही, और पुलिस की मौजें लग गई हैं इस बात पे। दूसरा है जुआ खाना। जुआ खाना पहले पहलवान होते थे, कोई कत्ल कर लिया, कोई मंशियात, तो वो अपना जुआ खाना कराते थे। अब जुआ खाना भी मॉडर्न पुलिस की मदद से हो चुका है। यहाँ पे जो सबसे बड़ा जो जुआ जिनके बुकिंग हैं, जब जिनके बम्बे तक राब्ते हैं, जिनका जनूबी अफ्रीका तक राब्ते हैं, जो स्पेशली क्राइम रोकने के लिए सीए था हमारा, सीए सेंटर, वो क्राइम को किसी टाइम पे रोकता था। अब वो सीए के जो अफसरान हैं, मैं नाम नहीं ले सकता, उनकी बेटियों की शादी उसके फार्म हाउस में होती है, जो सबसे बड़ा लाहौर में बुक करता है, और जिन्होंने रोकना है वो तो उसके दोस्त हैं। उसके बाद ये काबा खाना जो है बताते हैं, जिस्म फरोशी का धंधा पहले सिर्फ जिसको हम कहते हैं इलाका थाना टिब्बी में होता था, जो अब बिखर गया है, मगर वहाँ भी पुलिस सरपरस्ती करती है। अच्छा। उनको माफ़ी नहीं देती। मैं नाम लिख सकता हूँ, वहाँ की एक औरत है जो कम अज़ कम 40 साल से ये धंधा कर रही है। ना उसको पर्ची हुए, ना उसको को पकड़ता है, ना को बेहतरीन वो मंथली देती है इलाका थाना टिब्बी को। जड़ा मर्जी चला जाए, जो मर्जी बंदा चला जाए, वो कहते मैंने करना, तो आप कोई रोकेगा नहीं, कोई पुलिस वाला नहीं, कोई कुछ नहीं करेगा। अब लाहौर के जो अच्छे होटल हैं वहाँ पे बुकिंग होती है, जिसमें इलाका थाना गुलबर, इलाका थाना जोहटो, इलाका थाना सतोकतला, इलाका थाना रेस कोर्स, और इलाका थाना डिफेंस, आप इलाका थाना हेयर। ठीक है। अगर लाहौर में 100 फार्म हाउस है ना, 100 फार्म हाउस, 90 इलाका थाना हेयर में है, तो हर फ्राइडे से लेके संडे तक वहाँ पे जिस्म फरोशी होती है, जो बकायदा दोस्तों में पार्टिंग करते हैं, जहाँ पे कुकिंग, जहाँ पे आइस, और जहाँ पे विस्की चलती है। कोई उनको पकड़ने वाला नहीं, सब बड़े लोग हैं। अब वो मामूली लोग नहीं रहे, बड़े लोग इसलिए नहीं मैं कह रहा, पैसे के हिसाब से, वैसे तो बहुत ही घटिया लोग हैं ना, अरबोपति में तो बहुत ही घटिया आदमी है। अब जो वहाँ तो जुआ होता था, मुख्तलिफ जगह में जुआ होता है, जो पकड़े जा सकते हैं कि यार डेरे पे हो रहा है, अब नहीं। अब उसका ट्रेंड बदल दिया है, उन्होंने बुक किए, अरबपति हो गए, मैं करोड़पति बात नहीं करता, अरबपति हो गए। उन्होंने अगर उसको एडवांस लेते हैं, वो उनका मोबाइल में अकाउंट डाल देते हैं, वो अपनी मर्जी से जुआ खेले, ना को पकड़ सकता है। पहले तो पता चलता था ना कि ये फलाना है, तो जो कारीगर अफसर है, जिन्होंने रात को मजा लेना है, उसको सीए वाले या चंद SHO, जो काम को समझते हैं, जिनके पास अपनी गाड़ियाँ हैं, अपनी पजारों हैं, वो उनके साथ राब्ते में हैं, तो जुआरिया बेहतरीन तरीके से, अगर उसने 10 लाख जीता है, उसको लाख रुपया खर्च करने के लिए कोई ज़रूरत नहीं है। वो जो अफसर हैं, उन्हें क्या ज़रूरत है कि 5-5 हज़ार रुपया रिश्वत लें, वो आराम से रहते हैं, काम भी दिखाते हैं, तो लाख रुपया रोज लेते हैं। बल्कि वो अपने डेरे में खुद पार्टी करते हैं, बिस्की भी बुलाते हैं। को बिस्की वालों को कहते हैं बिस्की छोड़ो, खाने वाले को कहते हो खाना छोड़ो, तो अपने दोस्तों को तो उधर बैठ के ना एंजॉय कराते हैं। वो चंद लोग हैं, तो वो पुलिस को भी, अपने जो दूसरे साथी वो देखते हैं, यार हम भी इंस्पेक्टर हैं या हम भी DSP हैं, ये किसकी शान और शौकत किस तरह बनी हुई है, ये बड़ा डेरेदार है, ये वो। तो अफसरों ने, क्योंकि अफसर भी साथ मिले हुए। अच्छा ठीक साहब, ये बताएं कि जो पेड क्राइम है, इसको रोकने के लिए अफसरान कोई इकदाम नहीं करते हैं? ऐसे SHO जो रिश्वत लेके मंशियात फरोशी भी कराते हैं अपने इलाके में, कैबा खाने भी चलवाते हैं, और इस तरह के बुरे काम जो हैं, जिस तरह से नाजायज़ तरीके से पेट्रोल पंप्स बने हुए हैं कुछ इलाकों में, कुछ मशरूबात, जाली मशरूबात बनती हैं, उनसे भी मंथलियाँ ली जाती हैं, और वो SHO जो एक दफ़ा एक थाने में लगता है, कई बार उसी थाने में दोबारा लगता है। तो क्या ये अफसरान को पता नहीं है, उनके इल्म में नहीं है, या किसी वजह से वो दोबारा उन्हीं लोगों को तैनात करते हैं? शेख साहब, मैंने आपको पहले अवाइल ही बता दिया था कि पुलिस की मर्जी के बाद क्राइम नहीं हो सकता। ये जो आप कहते हैं बार बार तैनाती होती हैं, ये माहर होते हैं उस इलाके के।
तो अफसर खुश होता है कि यार हम मुतमिन है, शिकायत इसकी कोई नहीं आ रही। वो अफसर भी इसी का काम में लगे हुए हैं, कभी पहले नहीं होता था। अतीक साहब, अगर पुलिस इस तरह से मंशियात फरोख्त करने वाले, जुआ कराने वाले, जराइम पेशा लोगों के साथ इस हद तक इन्वॉल्व है, उनके घरों में आना जाना है, उनकी पार्टीज़ में आना जाना है, तो फिर शहर लाहौर को जुर्म करने वालों से कौन बचाएगा, क्राइम करने वालों से कौन बचाएगा? शेख साहब, ये क्राइम ऐसा है कि अगर आप पकड़ भी लें, ये जो आप कहते हैं ना बार बार लगता है, जो कारीगर एसएचओ जो होते हैं, जो कारीगर एसपी आजकल हो गए हैं ना, मैं पहले हम नहीं समझते कभी पीएसपी अफसर इन गंदे लोगों से मिलेंगे। अब एसएचओ से ज़्यादा पीएसपी अफसर, एसपीओ को ज़्यादा रब्ता है इनके साथ, क्योंकि इनके पास पैसे बड़े हैं, बड़ी गाड़ियाँ हैं। ये आपको मैं बता दूं कि 75 साल से आपके नोटिस में जड़ा जो पुलिस अफसर मुझसे चैलेंज करना चाहता है, या और बंदा आके, जो उसका दादा जुआ कराता था, आज उसका पोता भी करा रहा है, किसी ने रोका। मैं आपका नाम ले सकता हूँ, मिस्री शाह का इलाका है, अपना शहर का इलाका है, जो जुए की बुक कराता था, उसका बाप करता था, उसका बेटा भी यही काम कर रहा है। जिसका बाप, जिसकी मां मंशियात बेचती थी, आज उसके बच्चे भी वही कर रहे हैं, उसकी बेटियां भी यही कर रही हैं। तो उनके पास मुतद्दद कहते हैं ना रिकॉर्ड जाफ्ता, वो खुद सेटिंग के साथ पर्चा कराते हैं, ताकि वो ऐसा जो कि जी मैंने बड़ी कम अस्सी में बड़ा बम देता है, मैं फलाना करता है, सीए ने, सब झूठ है। कोई मुझे आके बता दे कि मेरी वजह से ये पेड क्राइम, कोई अफसर बता दे कि मेरी वजह से पेड क्राइम रुका है, रुका ही नहीं है। अतीक साहब, कितने एक थाने से अगर लाहौर में कहीं पे पेड क्राइम करवाया जा रहा है, तो एसएचओ कितने पैसे इकट्ठे कर लेता होगा? वो क्या वो रकम खुद वसूल करता है या कोई वाया होता है उसमें? उसके अपने कार्य खास होते हैं, या कोई ना कोई थानेदार होता है। यानी कि आप अगर ये रोकना है तो नलखे का थाने का होटल ही नहीं मान, वो क्यों वजह, वो चुप करके बैठेगा, चुप करके पैसे आ जाएंगे, उसको क्या जरूरत है? ना उन्होंने जाकर डकैती करनी है होटल वालों ने, ना वहाँ कुछ होना है, वहाँ आराम से मंशिया भी मिलेगी बस। और आप हैरान होंगे, बड़े बड़े इलाकों में डिफेंस हुआ, गुलबर्ग हुआ, वहाँ पे बकायदा खाने के दौरान विस्की मिलती है। तो आम अफसर तो जा ही नहीं सकता उनके पास, जो कारीगर लफ्ज़ में इस्तेमाल करते हैं, जो कारीगर अफसर है उनका राब्ता है, वो बकायदा उनसे पैसे भी लेते हैं और उनकी मर्जी से। पैसे कितने इकट्ठे होते होंगे एक थाने से? देखें, कई जगह पे कम से कम 20 लाख से ऊपर ही जाता है। अच्छा, महीने का मैं बता रहा हूँ। तो वो बेचारे 86 थाने लाहौर के, इनमें से कितने थाने ऐसे होंगे? वो कमज़ोर थानों में तो वो कारीगर अफसर लगते नहीं। अच्छा अतीक साहब, आप बतौर एसएचओ भी लाहौर के मुख्तलिफ थानों में रहे, बतौर डीएसपी भी रहे, कभी आपको ऐसी पेशकश हुई, और हुई तो कितने पैसे तक हुई? नहीं, ये कहते हैं क्योंकि हमारा ना कुछ अच्छे अफसरों के साथ हम मतहत रहे थे, कुछ अच्छे अफसर थे जिन्होंने मना किया था कि आपको ये चीज़ें हजम नहीं होंगी, आप बदनाम होंगे, तो लिहाजा हमारा कोई कोशिश नहीं करता हमारे पास आने की कि यार इसने ये नहीं करना। अपनी मर्जी से अपने पैसे खर्च करके, गंदा काम नहीं है, वैसे कोई हरकत की होगी, मगर कोई हमें नहीं कह सकता आके, कोई आके कह दे कि हमने पैसे लिए तो ये किया है, फलाना होटल चल रहा है, फलाना चक्का को चल रहा है, ये नहीं है। आप तो शेख साहब, आपको क्या बताऊं, ऐसी मंशियात आ गई हैं। अब किसी को क्या पता है, एक बंदे को उसने ना बच्चे के ना जो बेबी पाउडर होता है उसमें पाउडर डाला हुआ है, तो वो बच्चा पकड़ा हुआ है, तो एक आम बंदा उसको पता ही नहीं है इसमें कोकीन भरी हुई है, वो जाकर कोकीन बेच देता है। बच्चा उसने साथ रखा है और उसके साथ है, गाड़ी चल रही है, उस भाई ने रोकने, अच्छा अस्सलाम वालेकुम, ये नवा अखलाक का दर्ज देते हैं, जब को मिलो सलाम करो। ये नहीं है, जराइम पेशा को सलाम सलूम करने की कोई ज़रूरत नहीं है। इसका पूरा इनको नेटवर्क बनाना चाहिए, इनको सोचना चाहिए और इनको उसको देखना चाहिए, तभी ठीक होंगे। वो तो बाकायदा जो बदमाश हैं, जो मंशियात बेचते हैं, जो अड्डे चलाते हैं, उनके दोस्ती हैं इनके साथ, वो कैसे उनको पकड़ेंगे, कैसे उनको रोक सकते हैं? बाकायदा सबसे डर होता है सीए पकड़े जाएंगे, और सीए का तो नाम रख दिया, मुख्तलिफ सीओ का सेंटर का नाम बदमाशों के नाम पे रख दिया। डीआईजी ऑपरेशंस लाहौर अफजाल कोसर हमारे साथ हैं। अफजाल साहब, बहुत शुक्रिया आपके वक्त का।
अफजाल साहब ये बताइएगा, जो पेड क्राइम होता है इसका मतलब क्या है कानून की ज़ुबान में या पुलिस की लैंग्वेज में? इसका मतलब क्या होता है कि पुलिस की रजामंदी से ये क्राइम करवाया जाता है मुख्तलिफ इलाकों में? देखें, मैं नहीं समझता कि कोई ऐसी चीज़ होनी चाहिए अगर कोई शिकायत कहीं से आती भी है। लेकिन डेफिनेटली इस तरह की कंप्लेंट्स होती भी हैं, आती भी हैं, और पुलिस जहाँ पे बहुत सारे अच्छे काम करती है, पुलिस जहाँ आपके लिए जाने देती है, शहादतें देती है, इस तरह की भी कंप्लेंट्स कहीं ना कहीं से कुछ ना कुछ पॉपअप होती रहती हैं। और जो पुलिस लीडरशिप है वो दे आर फुली कॉग्निजेंट कि हमने पुलिस की वर्किंग को, पुलिसिंग सर्विसेज को बेहतर बनाना है, और इसी तरह जो कुछ शिकायत हैं पुलिस के ख़िलाफ़ उनका भी ख़ात्मा करना है। और इसके साथ साथ अगर कोई पुलिस ऑफिसर्स इस तरह की किसी चीज़ में इन्वॉल्व हैं तो बिल्कुल उस पर ज़ीरो टॉलरेंस की एक पॉलिसी रहती है, और है बिल्कुल। अच्छा अफजाल साहब, लाहौर के तकरीबन 80 से ज़ायद पुलिस स्टेशन हैं, जिसमें से तमाम नहीं, चंद ऐसे इलाके होते हैं जहां पर पेड क्राइम की शिकायत मसूल होती हैं, आपको भी मसूल होती हैं, उनके रिकॉर्ड भी बनते हैं। उस पेड क्राइम में मंशियात फरोशी है, कैबा खाना है, या इस तरह के जाली मशरूबात हैं, या जैसे पेट्रोल पम्प, छोटे मिनी पेट्रोल पम्प लगे होते हैं, उसके ज़रिए फ़रोख्त होती है पेट्रोल की। तो उसमें बहुत सारे सब इंस्पेक्टर्स या इंस्पेक्टर्स ऐसे होते हैं जो ख्वाहिशमंद होते हैं कि बार बार वहीं पे उन्हें तैनाती मिले। उसके लिए वो सिफारिशें भी करवाते हैं, उसके लिए वो हर हरबा इस्तेमाल भी करते हैं। आप बतौर DIG ऑपरेशन लाहौर हैं और आप क्राइम कंट्रोल करने के लिए हर मुमकिन कोशिश कर रहे हैं, तो आप बता सकेंगे कि कुछ ऐसे लोग आपने निकाले हों जो एक से ज़्यादा दफ़ा उन्हीं जगहों पे लगे हों? क्योंकि 600 से 700 से ज़ायद पुलिस एहलकार भी ऐसे हैं जिनकी बार बार एक ही जगह पे तैनाती थी, उन्हें भी आपने चेंज किया। देखें, ये रोटेशन जो है ये सर्विस में बहुत ज़रूरी है, और जब रोटेशन आप नहीं करते तो उसकी वजह से पुलिस के अंदर मसाइल पैदा होते हैं। हमारी पॉलिसी बड़ी क्लियर है कि हमने रोटेशन करनी है, लेकिन उस रोटेशन के साथ साथ स्पेशली कांस्टेबल लेवल पे हमने ये भी देखना है कि उनके लिए बहुत ज़्यादा वो इनकन्वीनियंस भी ना हो। तो हमने रोटेशन की है बहुत सारे लोगों की, फर्दर हम करते भी रहते हैं। और एक अभी तक तो जो पॉलिसी हमने बनाई थी कि नॉट मोर देन 3 टाइम्स किसी एक जगह पे अगर किसी की पोस्टिंग है, और अब हमारे पास बड़ा अच्छा, बड़ा एलेबोरेट सिस्टम है ह्यूमन रिसोर्स मैनेजमेंट का। वो सिस्टम हमें खुद ही ये इंफॉर्मेशन प्रोवाइड करता है कि ये पुलिस ऑफिसर इस जगह पे इतनी दफ़ा पहले पोस्टेड रहा है, क्योंकि पहले सारा सिस्टम मैनुअल था जिसकी वजह से ये शिकायत आती थी। लेकिन इन रिसेंट फ्यू इयर्स पंजाब पुलिस ने PITB के साथ मिल के अपना ये सिस्टम डेवलप किया है, तो ये बड़ा बेनिफिशियल है। और लेकिन एक चीज़ बड़ी क्लियर है कि जो रोटेशन है वो ज़रूरी है, और ये हम करते रहेंगे। अच्छा अफजाल साहब, हमारे इसी प्रोग्राम में कुछ साबिक पुलिस ऑफिसर हैं जिन्होंने इस बात का इंकशाफ किया कि वाकई पेड क्राइम में पैसा इस्तेमाल होता है, पैसा लिया जाता है पुलिस की जानिब से। तो इसको मॉनिटर करने के लिए ख़ासकर लाहौर की जो मॉनिटरिंग है उसको किस तरह से आप करते हैं कि आपको इन्फॉर्मेशन मिले कि वाकई यहाँ पे पेड क्राइम नहीं हो रहा? देखें, बहुत सारी चीज़ें हम अभी कर रहे हैं साथ साथ, क्योंकि ये एक नई टीम है, और इंफॉर्मेशन के डिफरेंट सोर्सेज हैं। जैसे स्पेशल ब्रांच से भी हमें इंफॉर्मेशन आ रही होती है, हमारी अपनी भी डिस्ट्रिक्ट की एक सिक्योरिटी इंटेलिजेंस ब्रांच है, वहाँ से भी इंफॉर्मेशन आ रही होती है। और प्लस कुछ हमें मीडिया से और बाकी जगहों से भी आ रही होती है। तो वो ये सारे इंफॉर्मेशन कलेक्शन के सोर्सेज हैं, और जो भी इस पर एक्शनेबल इंफॉर्मेशन और इंटेलिजेंस आती है उस पर बिल्कुल कार्रवाई की जाती है। और जैसे मैंने आपको बताया है कि बिल्कुल ज़ीरो टॉलरेंस की हमारी पॉलिसी है, और ये ऑलमोस्ट अब सबको क्लियर भी है। तो इस पे हम काम कर रहे हैं, और इंशाल्लाह इसमें ज़रूर चीज़ें जो हैं वो बेहतरी की तरफ जाती है, आपको नज़र आएंगी। अच्छा अफजाल साहब, एक इशू है आजकल, वो है कब्ज़ा माफिया का, कि लोगों की ज़मीनों पे, लोगों के प्लाटों पे लोग कब्ज़ा करते हैं।
और इसमें कई आपके SHOs भी इन्वॉल्व हुए हैं, बल्कि उनके ऊपर जिन थानों में वो तैनात रहे उन्हीं पे वहाँ पे मुकदमात भी दर्ज हुए। पिछले दिनों थाना हरबंसपुरा में एक सब इंस्पेक्टर SHO था, उसे आपने रिवर्ट भी किया। जिस थाने में वो तैनात था उसी में थाने में उस पर कब्ज़ा करने का मुकदमा भी दर्ज था। तो इस हवाले से भी कोई मॉनिटरिंग की जाती है कि कब्ज़ा माफिया जहां इतना फैलता जा रहा है वहां पे पुलिस में भी उनकी जो है वो काफ़ी हेल्प करती है पुलिस उनकी? देखें, पुलिस उनकी बिल्कुल हेल्प नहीं करेगी अगर कोई इस तरह की चीज़ होती भी है। बड़ा हम स्ट्रिक्ट मॉनिटरिंग रिजीम हमने इन प्लेस किया है और उसको मज़ीद स्ट्रेंथन कर रहे हैं। बिल्कुल मैंने जैसे आपको बताया कि इस चीज़ की ना कोई गुंजाइश है और ना ही ये किसी को करने दी जाएगी। और जो बाकी आपने बात की कि पुलिस ऑफिसर्स पे केसेस रजिस्टर्ड हैं और वो थानों में पोस्टेड उन जगहों पे अगर हों, तो वो जैसे मैंने आपको बताया कि ह्यूमन रिसोर्स मैनेजमेंट का वो एक इलेबोरेट सिस्टम है, वो सारी चीज़ें हमें पोस्टिंग से पहले बताता है। तो अब चीज़ें पहले से बहुत बेहतर हैं अगर आप इसको उस वक्त से कंपेयर करें जिस वक्त ये सारी चीज़ें मैनुअली हुआ करती हैं। आज के जुर्म अंजाम में हमने आपको दिखाया कि शहर लाहौर में पेड क्राइम किस तरह से होता है, पुलिस क्या क्राइम करने वालों की मदद करती है, पेड क्राइम करने वाले क्या कहते हैं उनका भी मौक़िफ़ आपने सुना, और इस बारे में पुलिस हुकाम क्या कहते हैं वो भी आपने सुना। क्या पेड क्राइम करवाने वाले पुलिस एहलकारों के खिलाफ पुलिस हुकाम कोई एक्शन ले सकेंगे? इसका फैसला आने वाला वक्त ही करेगा। नई कहानी तक के लिए मुझे दीजिए इजाजत। अल्लाह हाफिज।